ਪੰਛੀ ਟੀਵੀ ਦੇਖ ਰਹੇ ਪੂਰੇ ਸੰਸਾਰ ਦੇ ਵਿੱਚ ਸਾਰੇ ਹੀ ਦਰਸ਼ਕਾਂ ਨੂੰ, ਸ਼ਰੋਤਾਗਣ ਨੂੰ, ਵਿਊਅਰਸ ਨੂੰ, ਸਾਰਿਆਂ ਨੂੰ ਹੀ ਜੈ ਗੁਰਦੇਵ, ਜੈ ਭੀਮ, ਜੈ ਭਗਵਾਨ ਵਾਲਮੀਕੀ ਜੀ। ਸੋ ਅੱਜ ਦਾ ਪ੍ਰੋਗਰਾਮ ਦਾਸ ਯਾਨੀ ਮਨੋਹਰ ਦੁੱਗਲ ਲੈ ਕੇ ਹਾਜ਼ਰ ਹੈ। ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਅੱਜ ਇੰਟਰਨੈਸ਼ਨਲ ਵੂਮੈਨਸ ਡੇ ਹੈ ਔਰ ਇਸ ਦਿਨ 'ਤੇ ਸਭ ਤੋਂ ਪਹਿਲਾਂ ਪੂਰੇ ਸੰਸਾਰ ਨੂੰ ਅਸੀਂ ਬਹੁਤ ਬਹੁਤ ਵਧਾਈਆਂ ਦੇ ਰਹੇ ਹਾਂ। ਔਰ ਇਸ ਦਿਨ 'ਤੇ ਜੋ ਕਿਸ ਤਰ੍ਹਾਂ ਡਿਵੈਲਪਮੈਂਟਸ ਹੋਈਆਂ ਆ ਵੂਮਨ ਸੁਸਾਇਟੀ ਦੀਆਂ, ਉਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਕੰਚ ਟੀਵੀ ਸਾਰੇ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਮੌਕਾ ਦਿੱਤਾ ਜੋ ਆਪਣੇ ਇਸ ਟੌਪਿਕ 'ਤੇ ਗੱਲਬਾਤ ਕਰਨ ਦਾ। ਔਰ ਉਮੀਦ ਕਰਦਾ ਹੈ ਕਿ ਤੁਸੀਂ ਸਾਰੇ ਖੁਸ਼ਹਾਲ, ਤੰਦਰੁਸਤ, ਹੈਲਦੀ ਆਪਣੇ ਘਰਾਂ ਦੇ ਵਿੱਚ ਹੋਵੋਗੇ ਔਰ ਕੋਵਿਡ-19 ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹਦੀ ਜੋ ਗਾਈਡਲਾਈਨਸ ਆ ਉਹਨੂੰ ਫੋਲੋ ਕਰਦੇ ਹੋਵੋਗੇ ਔਰ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ੀ ਦੇ ਨਾਲ ਰਹਿ ਰਹੇ ਹੋਵੋਗੇ। ਸੋ ਉਮੀਦ ਕਰਦੇ ਹਾਂ ਔਰ ਸ਼ੁਰੂਆਤ ਕਰਦੇ ਹਾਂ ਕਿ ਵੂਮੈਨਸ ਇੰਟਰਨੈਸ਼ਨਲ ਡੇ ਜਦੋਂ ਅਸੀਂ ਇਸ ਸਾਡੇ ਜ਼ਿਹਨ ਦੇ ਵਿੱਚ, ਜਦੋਂ ਸਾਡੇ ਮਾਈਂਡ ਦੇ ਵਿੱਚ ਇਹ ਵਰਡਸ ਆਉਂਦੇ ਆ ਅਤੇ ਅਸੀਂ ਸੋਚਦੇ ਹਾਂ ਕਿ ਜੋ ਫਾਰ ਦਾ ਅਪਲਿਫਟਮੈਂਟ ਆਫ ਦਾ ਵੂਮੈਨ ਉਹ ਕਿਸ ਤਰ੍ਹਾਂ ਹੋਇਆ ਔਰ ਕਿਸ ਤਰ੍ਹਾਂ ਦੇ ਹਾਲਾਤ ਸੀ ਮਹਿਲਾ ਵਰਗ ਦੇ, ਨਾ ਕਿ ਸਿਰਫ ਭਾਰਤ ਦੇ ਵਿੱਚ ਬਲਕਿ ਆਲ ਓਵਰ ਦਾ ਵਰਲਡ। ਔਰ ਅਸੀਂ ਗੱਲਬਾਤ ਕਰਦੇ ਜਾਵਾਂਗੇ ਔਰ ਅਸੀਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਯੂਰਪ ਦੇ ਵਿੱਚ ਜਾਂ ਵੈਸਟਰਨ ਕੰਟਰੀਜ਼ ਦੇ ਵਿੱਚ ਜੋ ਮਹਿਲਾ ਵਰਗ ਸੀ ਉਸ 'ਤੇ ਕਿਸ ਤਰ੍ਹਾਂ ਦੇ ਹਾਲਾਤ ਸਨ। ਔਰ ਉਸ ਤੋਂ ਬਾਅਦ ਆਪਾਂ ਭਾਰਤ ਦੇਸ਼ ਵੱਲ ਮੁੜਾਂਗੇ। ਉੱਥੇ ਦੇਖਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਸਾਡੀ ਮਹਿਲਾ ਵਰਗ ਦੇ, ਔਰਤ ਵਰਗ ਦੇ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਸੀਗੀਆਂ ਸੁਸਾਇਟੀ ਦੇ ਵਿੱਚ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕਿ ਆਲ ਓਵਰ ਦਾ ਵਰਲਡ ਪੈਟਰੀਓਟਿਕ ਸੁਸਾਇਟੀ ਸੀ, ਜਿਹਨੂੰ ਅਸੀਂ ਕਹਿੰਦੇ ਹਾਂ ਪੁਰਸ਼ ਪ੍ਰਧਾਨ ਸਮਾਜ। ਨਾ ਕਿ ਸਿਰਫ ਇੰਡੀਆ ਬਲਕਿ ਪੂਰੇ ਯੂਰਪ ਦੇ ਵਿੱਚ ਪੈਟਰੀਓਟਿਕ ਸੁਸਾਇਟੀ ਸੀ। ਸੋ ਇਹ ਸੁਸਾਇਟੀ ਦਾ ਮਤਲਬ ਹੈ ਕਿ ਜਿਹੜੇ ਮੈਨਸ ਆ ਉਹਨਾਂ ਦੀ ਅੰਡਰ ਸਾਰਾ ਕੁਛ ਆ ਔਰ ਉਹਨਾਂ ਦਾ ਦਬਦਬਾ ਆ ਔਰ ਉਹਨਾਂ ਦੇ ਹਿਸਾਬ ਨਾਲ ਸੁਸਾਇਟੀ ਜਿਹੜੀ ਆ ਅੱਗੇ ਚੱਲ ਰਹੀ ਆ। ਸੋ ਅੱਜ ਤੋਂ ਕੋਈ 150 ਸਾਲ ਪਹਿਲਾਂ ਯੂਰਪ ਦੇ ਵਿੱਚ ਜਦੋਂ ਲੇਡੀਜ਼ ਜਿਹੜੀ ਔਰਤ ਵਰਗ ਸੀ ਉਹਨਾਂ ਨੇ ਆਵਾਜ਼ ਉਠਾਉਣੀ ਆਪਣੀ ਸ਼ੁਰੂ ਕੀਤੀ ਕਿ ਕਿਸ ਤਰ੍ਹਾਂ ਅਸੀਂ ਆਪਣੇ ਰਾਈਟਸ ਨੂੰ ਲੈ ਸਕਦੇ, ਕਿਉਂਕਿ ਪਹਿਲਾਂ ਜਿਹੜੇ ਹਾਲਾਤ ਯੂਰਪ ਦੇ ਵਿੱਚ ਵੀ ਜਾਂ ਵੈਸਟਰਨ ਕੰਟਰੀਜ਼ ਦੇ ਵਿੱਚ ਵੀ ਬਹੁਤ ਬੁਰੇ ਸੀਗੇ। ਇਨਇਕੁਐਲਿਟੀ ਸੀ ਸਭ ਤੋਂ ਪਹਿਲਾਂ ਔਰ ਸੋਸ਼ਲ ਇਨਜਸਟਿਸ ਹੁੰਦਾ ਸੀਗਾ। ਉਹਨਾਂ ਨੂੰ ਕੰਮ ਕਰਨ ਦਾ ਕੋਈ ਅਧਿਕਾਰ ਨਹੀਂ ਸੀ ਔਰ ਉਹ ਸਿਰਫ ਇੱਕ ਪੁਰਸ਼ ਦੇ ਅਧੀਨ ਰਹਿ ਕੇ ਹੀ ਕੰਮ ਕਰਦੇ ਔਰ ਜਿਹੜਾ ਡਿਸਕ੍ਰਿਮੀਨੇਸ਼ਨ ਬਹੁਤ ਹੁੰਦਾ ਸੀਗਾ। ਸੋ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੇ ਆਪਣੇ ਰਾਈਟਸ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਨਾ ਹੀ ਉਹਨਾਂ ਨੂੰ ਪੜ੍ਹਨ ਦਾ ਰਾਈਟ ਸੀ, ਨਾ ਹੀ ਉਹਨਾਂ ਨੂੰ ਕੰਮ ਕਰਨ ਦਾ ਰਾਈਟ ਸੀ, ਨਾ ਹੀ ਉਹਨਾਂ ਨੂੰ ਵੋਟ ਪਾਉਣ ਦਾ ਰਾਈਟ ਸੀ। ਸੋ ਇਹ ਜਿਹੜੇ ਅਧਿਕਾਰ ਉਹਨਾਂ ਦੇ ਕੋਲ ਨਹੀਂ ਹੈਗੇ ਸੀ ਅਤੇ ਉਹਨਾਂ ਨੇ ਇਸ ਚੀਜ਼ ਨੂੰ ਆਪਣੇ ਮਾਈਂਡਸ ਦੇ ਵਿੱਚ, ਆਪਣੇ ਦਿਮਾਗ ਦੇ ਵਿੱਚ ਲਿਆਂਦਾ ਕਿ ਕਿਸ ਤਰ੍ਹਾਂ ਅਸੀਂ ਅੱਗੇ ਵੱਧ ਕੇ ਕਿਸ ਤਰ੍ਹਾਂ ਆਪਣੇ ਰਾਈਟਸ ਜਿਹੜੇ ਆ ਉਹ ਲੈ ਸਕਦੇ ਹਾਂ। ਅਤੇ ਯੂਰਪ ਦੇ ਵਿੱਚ ਪਹਿਲੀ ਵਾਰੀ 1903 ਦੇ ਵਿੱਚ ਇੱਕ ਯੂਨੀਅਨ ਬਣੀ, ਪੋਲੀਟੀਕਲ ਐਂਡ ਸੋਸ਼ਲ ਐਂਡ ਪੋਲੀਟੀਕਲ ਯੂਨੀਅਨ। ਅਤੇ ਉਹਨਾਂ ਨੇ ਇਕੱਠੇ ਹੋ ਕੇ ਸੋਚਿਆ ਕਿ ਕਿਸ ਤਰ੍ਹਾਂ ਅਸੀਂ, ਕਿਉਂਕਿ ਮੈਨ ਐਂਡ ਵੂਮਨ ਇਜ਼ ਦ ਸੇਮ ਔਰ ਇਸ ਕਰਕੇ ਅਸੀਂ ਆਪਣੇ ਰਾਈਟਸ ਜਿਹੜੇ ਆ ਉਹ ਕਿਸ ਤਰ੍ਹਾਂ ਲੈ ਸਕਦੇ ਹਾਂ। ਤੋ ਅੱਗੇ ਵੱਧ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ 8 ਮਾਰਚ ਦਾ ਕੀ ਪ੍ਰੋਬਲਮ, ਕਿ 8 ਮਾਰਚ ਐਕਚੁਅਲੀ 8 ਮਾਰਚ ਨੂੰ ਹਰ ਸਾਲ ਵੂਮੈਨਸ ਡੇ, ਇੰਟਰਨੈਸ਼ਨਲ ਵੂਮੈਨਸ ਡੇ ਜਿਹੜਾ ਮਨਾਇਆ ਜਾਂਦਾ ਆ। ਇਹ ਐਕਚੁਅਲੀ ਜਰਮਨੀ ਦੇ ਵਿੱਚ ਇੱਕ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਸੀਗੀ। ਉਹਨਾਂ ਦੀ ਇੱਕ ਲੇਡੀ ਜਿਹੜੀ ਉਹ ਕਲਾਰਾ ਸੈਟਕਿਨ, ਉਹਨਾਂ ਨੇ 1910 ਦੇ ਵਿੱਚ ਇੱਕ ਆਈਡੀਆ ਦਿੱਤਾ ਕਿ ਇਟ ਵਾਸ 8 ਮਾਰਚ 1910 ਕਿ ਜਿਹੜੇ ਵੂਮੈਨਸ ਦੇ ਰਾਈਟਸ ਸਾਰਿਆਂ ਨੂੰ ਮਿਲਣੇ ਚਾਹੀਦੇ ਆ। ਅਤੇ ਇਹ ਜਿਹੜਾ ਆਈਡੀਆ ਟਰਾਂਸਫਰ 1913 ਤੋਂ ਇਹ ਸ਼ੁਰੂ ਹੋ ਗਿਆ, 8 ਮਾਰਚ 1913 ਤੋਂ ਇਹ ਸ਼ੁਰੂ ਹੋ ਗਿਆ ਕਿ ਇੰਟਰਨੈਸ਼ਨਲ ਵੂਮੈਨਸ ਡੇ। ਸੋ ਇਹ ਇੰਪੋਰਟੈਂਸ 8 ਮਾਰਚ ਦੀ ਆ। ਅਤੇ ਆਪਾਂ ਉੱਥੋਂ ਚੱਲਦੇ ਹਾਂ ਕਿ ਜਿੱਥੋਂ
1903 ਦੇ ਵਿੱਚ ਜਦੋਂ ਬ੍ਰਿਟਿਸ਼ ਦੇ ਗ੍ਰੇਟ ਬ੍ਰਿਟੇਨ ਦੇ ਵਿੱਚ ਇਹ ਸੰਸਥਾ ਬਣੀ, ਉਹਨਾਂ ਨੇ ਆਪਣੇ ਹੱਕ ਜਿਹੜੇ ਆ ਉਹ ਮੰਗਣੇ ਸ਼ੁਰੂ ਕੀਤੇ, ਪ੍ਰੋਟੈਸਟ ਕਰਨੇ ਸ਼ੁਰੂ ਕੀਤੇ। ਲੇਕਿਨ ਚਾਹੇ ਉਹ ਪਾਰਲੀਮੈਂਟ ਹੋਵੇ, ਚਾਹੇ ਉਹ ਪੁਲਿਸ ਹੋਵੇ, ਕੋਈ ਵੀ ਐਡਮਿਨਿਸਟ੍ਰੇਟਿਵ ਅਦਾਰਾ ਹੋਵੇ ਜਾਂ ਕੋਈ ਵੀ ਸੁਸਾਇਟੀ ਹੋਵੇ, ਚਾਹੇ ਉਹ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੋਵੇ, ਚਾਹੇ ਉਹ ਰਿਲੀਜੀਅਸ ਇੰਸਟੀਟਿਊਸ਼ਨ ਹੋਵੇ, ਅਤੇ ਮਹਿਲਾ ਵਰਗ ਨੂੰ ਕੋਈ ਵੀ ਇਜਾਜ਼ਤ ਨਹੀਂ ਸੀ, ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਪਾਰਟੀਸਪੇਟ ਕਰਨ ਦੀ ਕੋਈ ਵੀ ਇਜਾਜ਼ਤ ਨਹੀਂ ਸੀ। ਤਾਂ ਜਦੋਂ ਉਹਨਾਂ ਨੇ ਪ੍ਰੋਟੈਸਟ ਕਰਨੇ ਸ਼ੁਰੂ ਕੀਤੇ ਅਤੇ ਪੁਲਿਸ ਨੇ ਉਹਨਾਂ ਨੂੰ ਜੇਲ੍ਹਾਂ ਵਿੱਚ ਵੀ ਪਾਇਆ, ਲੇਕਿਨ ਜਿਹੜਾ ਸੰਘਰਸ਼ ਹੈ ਇਹ ਚੱਲਦਾ ਰਿਹਾ। ਔਰ ਜਾ ਕੇ 1913 ਦੇ ਵਿੱਚ, ਜਿਸ ਤਰ੍ਹਾਂ ਦੱਸਿਆ ਕਿ 1913 ਦੇ ਵਿੱਚ ਉਹਨਾਂ ਨੇ ਜਰਮਨੀ ਦੇ ਵਿੱਚੋਂ ਇਹ ਆਵਾਜ਼ ਉੱਠੀ, ਅਤੇ ਫਿਰ 1914 ਦੇ ਵਿੱਚ ਫਸਟ ਵਰਲਡ ਵਾਰ ਜਿਹੜੀ ਲੱਗੀ ਆ ਉਹਦੇ ਵਿੱਚ ਵੂਮਨ ਨੇ ਬਹੁਤ ਭਾਗ ਲਿਆ, ਉਹਨਾਂ ਦੀ ਹੈਲਪ ਕੀਤੀ ਆਪਣੇ ਸੈਨਿਕਾਂ ਦੀ। ਲੇਕਿਨ 1918 ਦੇ ਵਿੱਚ ਫਸਟ ਟਾਈਮ 1918 ਜਦੋਂ ਫਸਟ ਵਰਲਡ ਵਾਰ ਜਿਹੜੀ ਆ ਖ਼ਤਮ ਹੋਈ ਆ, ਅਤੇ ਉਦੋਂ ਬ੍ਰਿਟਿਸ਼ ਗੌਰਮੈਂਟ ਨੇ ਵੂਮਨ ਨੂੰ ਰਾਈਟ ਦਿੱਤੇ, ਰਾਈਟ ਟੂ ਵੋਟ। ਲੇਕਿਨ ਇਹ ਰਿਸਟ੍ਰਿਕਟਡ ਸੀ, ਹਰੇਕ ਮਹਿਲਾ ਨੂੰ ਨਹੀਂ ਅਧਿਕਾਰ ਮਿਲੇ। ਲੇਕਿਨ ਕੁਛ ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਬਹੁਤ ਅਮੀਰ ਜਾਂ ਕੁਛ ਇੱਕ ਏਜ ਲਿਮਿਟ ਹੋ ਸਕਦੀ ਆ, ਰਿਸਟ੍ਰਿਕਟਡ ਜਿਹੜੇ ਰਾਈਟ ਸੀਗੇ ਉਹ ਮਿਲੇ। ਸੋ ਸੰਘਰਸ਼ ਜਿਹੜਾ ਉਹ ਚੱਲਦਾ ਰਿਹਾ, ਇਸੇ ਤਰ੍ਹਾਂ ਅੱਗੇ ਵੱਧਦੇ ਰਹੇ। ਲੇਕਿਨ ਜਦੋਂ ਆਪਾਂ ਦੇਖਦੇ ਕਿ 15th ਸੈਂਚੁਰੀ, 16th ਸੈਂਚੁਰੀ, 17th ਸੈਂਚੁਰੀ ਦੇ ਵਿੱਚ ਵੀ ਕੁਈਨਸ ਰਹੀਆਂ ਆ, ਤਾਂ ਫਿਰ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਮਹਿਲਾ ਜਿਹੜੀ ਆ ਉਹਨੂੰ ਅਧਿਕਾਰ ਨਹੀਂ ਸੀਗੇ। ਇਹ ਐਕਸੈਪਸ਼ਨਲ ਕੇਸਿਸ ਆ, ਕਿਉਂਕਿ ਕੋਈ ਅਗਰ ਕਿੰਗ ਆ ਅਤੇ ਇਹ ਪੂਰੇ ਵਰਲਡ ਦੇ ਵਿੱਚ ਇਹ ਮੰਨਿਆ ਜਾਂਦਾ ਸੀਗਾ ਕਿ ਅਗਰ ਉਹਦੀ ਡੈਥ ਹੋ ਜਾਂਦੀ ਆ ਅਤੇ ਅਗਰ ਉਹਨਾਂ ਦੇ ਕੋਈ ਬੇਟਾ ਨਹੀਂ ਹੈਗਾ ਤਾਂ ਉਹ ਜਿਹੜੀ ਉਹਦੀ ਵਾਈਫ ਆ ਉਹਨੇ ਕੁਈਨ ਬਣ ਜਾਣਾ ਆ। ਇਸੇ ਤਰ੍ਹਾਂ ਇੰਡੀਆ ਦੇ ਵਿੱਚ ਵੀ ਸੀਗਾ ਕਿ ਜਿਹੜੀਆਂ ਛੋਟੇ ਛੋਟੇ ਰਾਜਾਂ ਦੇ ਵਿੱਚ ਵੰਡਿਆ ਹੋਇਆ ਸੀਗਾ ਸਾਡਾ ਦੇਸ਼, ਉੱਥੇ ਛੋਟੇ ਛੋਟੇ ਰਾਜੇ ਸੀਗੇ, ਇਸ ਕਰਕੇ ਉੱਥੇ ਵੀ ਜਿਹੜੀਆਂ ਉਹਨਾਂ ਦੀਆਂ ਵਾਈਫਸ ਜਿਹੜੀਆਂ ਅਗਰ ਬੱਚਾ ਨਹੀਂ ਹੁੰਦਾ ਸੀਗਾ, ਉਹਨਾਂ ਦਾ ਬੇਟਾ ਨਹੀਂ ਹੁੰਦਾ ਸੀਗਾ, ਤਾਂ ਉਹ ਕੁਈਨਸ ਜਿਹੜੀਆਂ ਮਹਾਰਾਣੀ ਉਹ ਬਣ ਜਾਂਦੀਆਂ ਸੀ। ਇਸੇ ਤਰ੍ਹਾਂ ਇਹ ਐਕਸੈਪਸ਼ਨਲ ਕੇਸਿਸ ਹੈ, ਲੇਕਿਨ ਜਨਰਲੀ ਵੂਮਨ ਨੂੰ ਕੋਈ ਰਾਈਟ ਨਹੀਂ ਸੀਗੇ, ਮਹਿਲਾ ਵਰਗ, ਔਰਤ ਵਰਗ ਨੂੰ ਕੋਈ ਵੀ ਰਾਈਟ ਨਹੀਂ ਸੀਗੇ। ਸੋ ਇਸ ਤਰ੍ਹਾਂ ਸੰਘਰਸ਼ ਜਿਹੜੇ ਆ ਉਹ ਚੱਲਦੇ ਗਏ, ਔਰ ਜਾ ਕੇ 1928 ਦੇ ਵਿੱਚ ਫਸਟ ਟਾਈਮ ਯੂਨੀਵਰਸਲ ਇਕੁਅਲ ਫਰੈਂਚਾਈਜ਼ ਐਕਟ ਪਾਸ ਹੋਇਆ 1928। ਉੱਥੇ ਕੀ ਹੋਇਆ ਕਿ ਇਕੁਅਲ ਫਰੈਂਚਾਈਜ਼ ਐਕਟ ਭਾਵ ਹਰੇਕ ਮਹਿਲਾ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਵੈਨ ਸ਼ੀ ਇਜ਼ 21 years old, ਅਤੇ ਉਹ ਆਪਣੇ ਵੋਟ ਜਿਹੜੀ ਉਹ ਕਾਸਟ ਕਰ ਸਕਦੇ ਹਨ। ਸੋ ਜਦੋਂ 1928 ਦੇ ਵਿੱਚ ਇਹ ਰਾਈਟ ਮਿਲਿਆ, ਅਤੇ ਫਿਰ ਜਾ ਕੇ 1929 ਦੇ ਵਿੱਚ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਫਸਟ ਫੀਮੇਲ ਕੈਬਨਿਟ ਮਿਨਿਸਟਰ ਬਣੀ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਮਹਾਨਤਾ ਦੀ ਗੱਲ ਸੀ। ਔਰ ਉਸ ਤੋਂ ਬਾਅਦ ਕਈ ਐਕਟ ਪਾਸ ਹੋਏ, ਜਿੱਦਾਂ ਸੈਲਰੀ ਟੈਕਸ ਡਿਸਕ੍ਰਿਮੀਨੇਸ਼ਨ ਐਕਟ, ਸੈਲਰੀ ਐਕਟ, ਔਰ ਉਸ ਤੋਂ ਬਾਅਦ ਹੋਰ ਕਈ ਐਕਟ ਬਣਦੇ ਗਏ 75। ਔਰ ਇਸ ਦਾ ਨਤੀਜਾ ਦੇਖੋ ਕਿ ਫਸਟ ਟਾਈਮ ਇਨ ਦਾ ਹਿਸਟਰੀ ਆਫ ਗ੍ਰੇਟ ਬ੍ਰਿਟੇਨ 1979 ਦੇ ਵਿੱਚ ਫਸਟ ਵੂਮੈਨ ਪ੍ਰਾਈਮ ਮਿਨਿਸਟਰ ਬਣੀ ਮਾਰਗਰਟ ਥੈਚਰ। ਸੋ ਇਸੇ ਤਰ੍ਹਾਂ ਜਦੋਂ ਡਿਵੈਲਪਮੈਂਟਸ ਹੁੰਦੀਆਂ ਰਹੀਆਂ, ਔਰ ਜਿਸ ਤਰ੍ਹਾਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਕਿ 1928 ਦੇ ਵਿੱਚ ਵੋਟ ਦਾ ਰਾਈਟ ਮਿਲਿਆ, ਉਸ ਤੋਂ ਬਾਅਦ ਹੌਲੀ ਹੌਲੀ ਬਾਕੀ ਰਾਈਟਸ ਵੀ ਮਿਲਦੇ ਗਏ। ਜਿਹੜੇ ਸਾਡੇ ਬੇਟੀਆਂ ਯਾਨੀ ਲੇਡੀਜ਼ ਜਾਂ ਮਹਿਲਾ ਪਲੇਅਰਸ, ਜਿਹੜੇ ਖਿਲਾੜੀ, ਜਿੱਦਾਂ ਫੁੱਟਬਾਲ ਖੇਡਣਾ, ਹਾਕੀ ਖੇਡਣਾ, ਕ੍ਰਿਕਟ ਖੇਡਣਾ, ਇਹ ਵੀ ਰਾਈਟਸ ਜਿਹੜੇ ਆ ਉਹ ਜੋ ਗਰਲਸ ਸੀਗੇ ਉਹਨਾਂ ਨੂੰ ਮਿਲਦੇ ਗਏ। ਔਰ ਫਸਟ ਟਾਈਮ 1945 ਦੇ ਵਿੱਚ ਫਸਟ ਗੋਲਡ ਮੈਡਲ ਇੱਕ ਮਹਿਲਾ ਨੇ ਜਿੱਤਿਆ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਉਪਲਬਧੀ ਹੈ, ਕਿਉਂਕਿ ਕੋਈ ਵੀ ਜਿਹੜਾ ਹੱਕ ਜਾਂ ਰਾਈਟ ਆ ਉਹ ਉਸ ਤਰ੍ਹਾਂ ਨਹੀਂ ਮਿਲਦਾ। ਉਸ ਦੇ ਵਾਸਤੇ ਸੰਘਰਸ਼ ਕਰਨਾ ਪੈਂਦਾ, ਸਟਰਗਲ ਕਰਨੀ ਪੈਂਦੀ ਆ, ਬਹੁਤ ਪ੍ਰੋਟੈਸਟ ਕਰਨੇ ਪੈਂਦੇ ਆ, ਅੰਦੋਲਨ ਕਰਨੇ ਪੈਂਦੇ ਆ, ਕ੍ਰਾਂਤੀ ਲਿਆਉਣੀ ਪੈਂਦੀ ਆ, ਤਾਂ ਜਾ ਕੇ ਉਹ ਰਾਈਟ ਮਿਲਦੇ ਆ। ਸੋ ਇਸ ਤਰ੍ਹਾਂ ਇਹ ਤਾਂ ਵੈਸਟਰਨ ਕੰਟਰੀਜ਼ ਜਾਂ
ਅਮਰੀਕਾ ਜਾਂ ਰਸ਼ੀਆ, ਇਹ ਜਿਹੜੇ ਕੰਟਰੀਜ਼ ਹੈ ਇੱਥੇ ਤੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਔਰ ਜਦੋਂ ਇੱਥੇ ਆਪਾਂ ਦੇਖਦੇ ਹਾਂ ਕਿ ਬਾਕੀ ਹੋਰ ਵੀ ਵਿੱਚ ਜਿਸ ਤਰ੍ਹਾਂ ਆਪਾਂ ਸੈਕੰਡ ਵਰਲਡ ਵਾਰ ਦੀ ਵੀ ਗੱਲ ਕਰ ਲਈਏ ਤੇ ਐਨੀ ਫਰੈਂਕ ਜੋ ਇੱਕ ਜਿਊਸ ਵੂਮਨ ਸੀ ਔਰ ਉਹ ਜਦੋਂ ਅਰੈਸਟ ਹੋ ਗਈ ਹੈ ਔਰ ਉਹ ਡਾਇਰੀਸਟ ਸੀਗੀ, ਬਹੁਤ ਵੱਡੀ ਡਾਇਰੀ ਲਿਖਦੀ ਸੀ ਔਰ ਉਹ ਆਪਣੇ ਫਾਦਰ ਨੂੰ ਭੇਜਦੀ ਸੀ ਕਿ ਕਿਸ ਤਰ੍ਹਾਂ ਜੋ ਹੋਲੋਕਾਸਟ ਹੋਇਆ ਸੀਗਾ ਉਹਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਸੀ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਮਹਿਲਾਵਾਂ ਸੀਗੀਆਂ ਉਹਨਾਂ ਨੇ ਬੜੇ ਸੰਘਰਸ਼ ਕੀਤੇ ਆ ਔਰ ਉਹਨਾਂ ਦਾ ਨਾਮ ਜਿਹੜਾ ਅੱਜ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ। ਸੋ ਇਸ ਤਰ੍ਹਾਂ ਜਦੋਂ ਅਸੀਂ ਭਾਰਤ ਦੀ ਧਰਤੀ ਵੱਲ ਮੁੜਦੇ ਹਾਂ, ਦੇਖਦੇ ਹਾਂ ਕਿ ਕਿਸ ਤਰ੍ਹਾਂ ਦੀ ਜਿਹੜੀ ਸਥਿਤੀ ਆ ਭਾਰਤ ਦੇ ਵਿੱਚ ਮਹਿਲਾ ਵਰਗ ਦੀ ਆ, ਉਹ ਬਹੁਤ ਦਰਦਨਾਕ ਸੀਗੀ ਔਰ ਬਹੁਤ ਹੀ ਜ਼ਿਆਦਾ ਅਤਿਆਚਾਰ ਵਾਲੀ, ਗੁਲਾਮੀ ਵਾਲੀ ਸੀ। ਪਰ ਜਿਹੜੇ ਸਾਡੇ ਮਹਾਂਪੁਰਸ਼ ਆਏ ਆ ਉਹਨਾਂ ਨੇ ਆ ਕੇ ਮਹਿਲਾ ਵਰਗ ਦਾ ਬਹੁਤ ਰਿਸਪੈਕਟ ਕੀਤਾ। ਆਪਣੇ ਪ੍ਰਵਚਨਾਂ ਦੇ ਵਿੱਚ ਵੀ ਲਿਖਿਆ ਉਹਨਾਂ ਨੇ, ਜਿਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਫਰਮਾਉਂਦੇ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਨ, ਕਿ ਉਸ ਮਹਿਲਾ ਨੂੰ, ਉਸ ਜੋ ਇਸਤਰੀ ਹੈ ਉਸ ਨੂੰ ਅਸੀਂ ਕਿਸ ਤਰ੍ਹਾਂ ਮਾੜਾ ਕਹਿ ਸਕਦੇ ਹਾਂ ਜਿਹੜੇ ਜਿੱਥੋਂ ਰਾਜੇ ਵੀ ਜਨਮਦੇ ਆ, ਮਹਾਂਪੁਰਸ਼ ਵੀ ਜਨਮ ਲੈਂਦੇ ਆ। ਇਸ ਕਰਕੇ ਇਹ ਪ੍ਰਵਚਨ ਜਿਹੜੇ ਆ ਇਹ ਗੁਰਬਾਣੀ ਦੇ ਵਿੱਚ ਦਰਜ ਹਨ। ਇਸੇ ਤਰ੍ਹਾਂ ਜੋ ਅਸੀਂ ਦੇਖਦੇ ਹਾਂ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੀ ਕਹਿੰਦੇ ਹਨ, ਸਹਿ ਕੀ ਸਾਰ ਸੁਹਾਗਣ ਜਾਣੇ ਤਾ ਜਬ ਮਨ ਸੁਖ ਰਲਿਆ ਮਾਨੇ, ਤਨ ਮਨ ਦੇ ਨਾ ਅੰਤਰ ਰੱਖ ਕੇ ਅਵਰਾ ਦੇਖਣਾ ਸੁਣਿਆ ਪਾਕੇ, ਸੋ ਕਤ ਜਾਣੇ ਪੀਰ ਪਰਾਈ ਜਾ ਕੇ ਅੰਤਰ ਦਰਦ ਨਾ ਪਾਈ। ਕਿ ਅਸੀਂ ਇਸਤਰੀ ਵਰਗ ਦੇ ਦਰਦ ਨੂੰ ਕਿਸ ਤਰ੍ਹਾਂ ਸਮਝ ਸਕਦੇ ਹਾਂ ਜਦ ਤੱਕ ਸਾਨੂੰ ਉਹ ਦਰਦ ਨਹੀਂ ਹੋ ਰਿਹਾ ਅਤੇ ਅਸੀਂ ਇਸ ਵਰਗ ਦਾ ਜਿਹੜਾ ਦਰਦ ਆ ਉਹ ਕਦੇ ਵੀ ਸਮਝ ਨਹੀਂ ਸਕਦੇ। ਸੋ ਮਹਾਂਪੁਰਸ਼ਾਂ ਨੇ ਆਪਣੇ ਪ੍ਰਵਚਨਾਂ ਦੇ ਵਿੱਚ ਬਹੁਤ ਇਤਰਾਮ ਕੀਤਾ ਹੈ ਇਸਤਰੀ ਵਰਗ ਦਾ, ਬਹੁਤ ਜ਼ਿਆਦਾ। ਸੋ ਲੇਕਿਨ ਜੋ ਸਮੇਂ ਦੇ ਜੋ ਸਥਿਤੀਆਂ ਸੀਗੀਆਂ ਜਾਂ ਪਰੰਪਰਾਵਾਂ ਸੀਗੀਆਂ ਜਿਹੜੀਆਂ ਚੱਲ ਰਹੀਆਂ ਉਸ ਵੇਲੇ ਦੀਆਂ, ਉਹ ਬਹੁਤ ਖਤਰਨਾਕ ਸੀ ਔਰ ਬਹੁਤ ਜ਼ਿਆਦਾ ਉਹ ਦਰਦਨਾਕ ਸੀਗੀਆਂ। ਅਤੇ ਉਹਦੇ ਵਿੱਚ ਜਿਸ ਤਰ੍ਹਾਂ ਆਪਾਂ ਦੇਖਦੇ ਭਾਰਤ ਦੇ ਵਿੱਚ ਜਿਹੜਾ ਸਾਡਾ ਦੇਸ਼ ਸੀਗਾ ਉਹ ਛੋਟੇ ਰਾਜਾਂ ਦੇ ਵਿੱਚ ਵੰਡਿਆ ਹੋਇਆ ਸੀਗਾ ਅਤੇ ਬਹੁਤ ਹੀ ਮਾਲ ਪ੍ਰੈਕਟਿਸਿਸ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਤਰੁੱਟੀਆਂ ਸੀਗੀਆਂ ਸਮਾਜ ਦੇ ਵਿੱਚ, ਸੋਸ਼ਲ ਈਵਲਸ ਕਹਿ ਸਕਦੇ ਹਾਂ, ਉਹ ਇੰਨੀਆਂ ਜ਼ਿਆਦਾ ਸੀਗੀਆਂ ਕਿ ਉਸ ਨੂੰ ਇੱਕ ਪਾਰਟ ਆਫ ਦਾ ਸੁਸਾਇਟੀ, ਇੱਕ ਸਮਾਜ ਦਾ ਹਿੱਸਾ ਮੰਨ ਕੇ ਹੀ ਸਭ ਚੱਲ ਰਹੇ ਸੀਗੇ, ਚਾਹੇ ਉਹ ਹੁਕਮਰਾਨ ਹੋਣ, ਚਾਹੇ ਕੋਈ ਵੀ ਹੋਵੇ ਸੁਸਾਇਟੀ ਦੇ ਵਿੱਚ। ਔਰ ਔਰਤ ਨੂੰ ਹਮੇਸ਼ਾ ਅਧੀਨ ਰੱਖਿਆ ਗਿਆ, ਉਸ ਦੀ ਕੋਈ ਵੀ ਗੱਲ ਸੁਣੀ ਨਹੀਂ ਗਈ। ਇੱਥੇ ਤੱਕ ਕਿ ਉੱਥੇ ਸਤੀ ਪ੍ਰਥਾ ਚੱਲਦੀ ਸੀਗੀ, ਸਤੀ ਪ੍ਰਥਾ ਔਰ ਦੇਵਦਾਸੀ ਪ੍ਰਥਾ, ਹੋਰ ਇੱਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਕਿ ਬਹੁਤ ਹੀ ਘਟੀਆ ਸੀਗੀਆਂ, ਇੱਦਾਂ ਦੀਆਂ ਪ੍ਰਥਾਵਾਂ ਉੱਥੇ ਚੱਲਦੀਆਂ ਸੀਗੀਆਂ। ਅਤੇ ਸਾਡੇ ਨਾਲ ਦੇਖੋ ਕੌਣ ਜੁੜਦੇ ਆ ਜੀ। ਹੈਲੋ, ਜੈ ਗੁਰਦੇਵ ਜੀ। ਹੈਲੋ, ਜੈ ਗੁਰਦੇਵ ਜੀ। ਹਾਂਜੀ, ਧੰਨ ਗੁਰਦੇਵ ਜੀ। ਕੌਣ ਬੋਲ ਰਹੇ ਜੀ ਸਰ? ਕੌਣ ਬੋਲ ਰਹੇ ਜੀ? ਕੈਲਾਸ਼ ਕਲੇਰ ਬੋਲਦਾ। ਹਾਂਜੀ, ਬਹੁਤ ਤੁਹਾਡਾ ਸਵਾਗਤ ਹੈ ਜੀ ਟੀ ਵੀ 'ਤੇ। ਕੀ ਕਹਿਣਾ ਚਾਹੁੰਦੇ ਹੋ ਜੀ? ਥੈਂਕ ਯੂ ਜੀ। ਮੈਂ ਕਹਿਣਾ ਤਾਂ ਸੀਗਾ ਆਪਣੇ ਲੇਡੀਜ਼ ਦਾ ਡੇ ਜਿਹੜਾ ਮਨਾ ਰਿਹਾ, ਬਹੁਤ ਖੁਸ਼ੀ ਦੀ ਗੱਲ ਹੈ। ਜਾਣੀ ਕਿ ਆਪਣੇ ਇੰਡੀਆ ਦੇ ਵਿੱਚ ਤਾਂ ਬਹੁਤ ਸਟਰਗਲ ਹੋਈ ਆ, ਸਾਰੀ ਦੁਨੀਆ ਦੇ ਵਿੱਚ ਹਾਂਜੀ ਲੇਡੀਜ਼ ਨੂੰ ਸਟਰਗਲ ਕਰਨੀ ਪਈ। ਇੱਥੇ ਵੀ ਜਦੋਂ ਸਟਰਗਲ ਸ਼ੁਰੂ ਕੀਤੀ ਆ, ਆਪਣੇ ਰਾਜਾ ਰਣਜੀਤ ਸਿੰਘ ਦੀ ਬੇਟੀ ਹਾਂਜੀ ਬਿਲਕੁਲ ਗ੍ਰੈਂਡ ਡਾਟਰ ਜਿਹੜੀ ਸੀਗੀ, ਉਹਨੇ ਇੱਥੇ ਸਟਰਗਲ ਸ਼ੁਰੂ ਕੀਤੀ ਸੀਗੀ ਇੰਗਲੈਂਡ ਦੇ ਵਿੱਚ। ਹਾਂਜੀ, ਉਹਨੂੰ ਤਾਂ ਵਿਚਾਰੀ ਨੂੰ 2-3 ਵਾਰੀ ਚੱਕ ਕੇ ਜੇਲ੍ਹ 'ਚ ਵੀ ਦੇ ਦਿੱਤਾ ਸੀ ਬਿਕੋਜ਼ ਹਾਂਜੀ ਮੈਂ ਜ਼ਿਕਰ ਕੀਤਾ ਕਿ ਜਦੋਂ ਪ੍ਰੋਟੈਸਟ ਕਰ ਰਹੇ ਸੀਗੇ ਤਾਂ ਉਹਨਾਂ ਨੂੰ ਜੇਲ੍ਹਾਂ ਵਿੱਚ ਵੀ ਰੱਖਿਆ ਗਿਆ। ਬਹੁਤ ਮੁਸ਼ਕਿਲਾਂ ਨਾਲ ਇਹਨਾਂ ਨੂੰ ਰਾਈਟ ਮਿਲੇ। ਹਾਂਜੀ ਬਿਲਕੁਲ। ਤੇ ਹੈਪੀ ਵੂਮਨਸ ਡੇ ਸਾਰਿਆਂ ਨੂੰ। ਥੈਂਕ ਯੂ ਜੀ। ਥੈਂਕ ਯੂ ਵਾਲੇ ਸਰੋਤਿਆਂ ਨੂੰ ਥੈਂਕ ਯੂ। ਨਾਲ ਇੱਕ ਹੋਰ ਗੱਲ ਮੈਂ ਕਹਿਣੀ ਸੀ ਪਰ ਮੈਂ ਹੁਣ ਨਹੀਂ ਕਹਿਣੀ, ਫਿਰ ਚਲੋ ਮਹਾਰਾਜ ਕਿਰਪਾ ਰੱਖੇ ਸਾਰੇ। ਚਲੋ ਠੀਕ ਹੈ ਜੀ, ਥੈਂਕ ਯੂ ਜੀ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਕਲੇਰ ਸਾਹਿਬ ਸਾਡੇ ਨਾਲ ਜੁੜੇ ਸੀਗੇ, ਸੋ ਉਹਨਾਂ ਨੇ ਇੰਟਰਨੈਸ਼ਨਲ ਵੂਮਨਸ ਡੇ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ। ਅਸੀਂ ਵੀ ਸਾਰੇ ਸੰਸਾਰ ਨੂੰ, ਆਪਣੀ ਕਾਂਚੀ ਟੀ ਵੀ ਦੀ ਟੀਮ, ਪ੍ਰਬੰਧਕਾਂ ਵੱਲੋਂ, ਮੈਨੇਜਮੈਂਟ ਟੀਮ ਵੱਲੋਂ ਔਰ ਜਿੰਨੇ ਵੀ ਸੇਵਾਦਾਰ ਆ ਸਾਰਿਆਂ ਵੱਲੋਂ, ਅਸੀਂ ਆਪਣੇ ਪ੍ਰੈਜ਼ੈਂਟਰਾਂ ਵੱਲੋਂ ਪੂਰੇ ਸੰਸਾਰ ਨੂੰ ਇੰਟਰਨੈਸ਼ਨਲ ਵੂਮਨਸ ਡੇ ਦੀਆਂ ਬਹੁਤ ਬਹੁਤ ਵਧਾਈਆਂ ਦੇ ਰਹੇ ਹਾਂ। ਔਰ ਜਿਸ ਤਰ੍ਹਾਂ
ਜੋ ਇੰਪੋਰਟੈਂਟ ਜਿਹੜੇ ਜੋ ਮਹਿਲਾਵਾਂ ਸੀਗੀਆਂ, ਜਿਸ ਤਰ੍ਹਾਂ ਹੁਣ ਸਾਡੇ ਦੱਸ ਕੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀ ਬੇਟੀ, ਉਹਨਾਂ ਨੇ ਵੀ ਬਹੁਤ ਸਟਰਗਲ ਕੀਤੀ ਇੱਥੇ ਔਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਰੱਖਿਆ ਗਿਆ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਕਿ ਜਦੋਂ 1903 ਦੇ ਵਿੱਚ ਜਦੋਂ ਇੱਕ ਯੂਨੀਅਨ ਬਣੀ ਆ, ਉਸ ਤੋਂ ਬਾਅਦ ਜਦੋਂ ਪ੍ਰੋਟੈਸਟ ਹੋਇਆ ਤਾਂ ਜੇਲ੍ਹਾਂ ਦੇ ਵਿੱਚ ਬਹੁਤ ਰੱਖਿਆ ਗਿਆ। ਲੇਕਿਨ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਮਹਿਲਾਵਾਂ ਹਨ ਜਿਹੜੀਆਂ ਕਿ ਉਲੇਖਨੀय ਹੈ, ਜਿਨ੍ਹਾਂ ਦਾ ਇਤਿਹਾਸ ਇੰਨਾ ਸੁਨਹਿਰੀ ਆ ਕਿ ਉਹਨਾਂ ਦਾ ਨਾਮ ਪੂਰੇ ਇਤਿਹਾਸ ਦੇ ਵਰਲਡ ਦੇ ਇਤਿਹਾਸ ਦੇ ਵਿੱਚ ਹੀ ਬਹੁਤ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ। ਜਿਸ ਤਰ੍ਹਾਂ ਜੇਨ ਆਸਟਨ ਇੱਕ ਨਾਵਲਿਸਟ ਸੀਗੀ, ਕੁਈਨ ਐਲਿਜ਼ਾਬੈਥ ਆਪਾਂ ਨੂੰ ਪਤਾ ਹੀ ਹੈਗਾ, ਅਤੇ ਇੱਕ ਰੋਜ਼ਾ ਪਾਰਕਸ ਸੀ ਅਮਰੀਕਾ ਦੇ ਵਿੱਚ ਉਹ, ਔਰ ਉਹ ਮੈਂਟਗੋਮਰੀ ਉਹ ਬਾਈਕਾਟ ਦੇ ਵਿੱਚ ਉਹਨਾਂ ਦਾ ਨਾਂ ਹੋਇਆ ਸੀਗਾ, ਔਰ ਉਹ ਇੱਕ ਸੋਸ਼ਲ ਰਿਫਾਰਮਰ ਸੀਗੇ ਔਰ ਉਹ ਐਕਟਿਵਿਸਟ ਸੀਗੇ ਔਰ ਕ੍ਰਾਂਤੀ ਲਿਆਉਣਾ ਚਾਹੁੰਦੇ ਸੀਗੇ। ਇਸੇ ਤਰ੍ਹਾਂ ਬਹੁਤ ਇੱਕ ਯੰਗ ਬੇਟੀ ਸਾਡੀ ਪਾਕਿਸਤਾਨ ਤੋਂ ਜਲਾਲਾ ਯੂਸਫ ਸਾਈ, ਜੋ ਕਿ ਟੈਰੋਰਿਸਟ ਅਟੈਕ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਘਾਇਲ ਹੋ ਗਈ ਸੀ, ਲੇਕਿਨ ਉਹਨੇ ਚੈਲੰਜ ਕੀਤਾ ਸੀ ਕਿ ਚਾਹੇ ਤੁਸੀਂ ਮੈਨੂੰ ਕੁਛ ਵੀ ਕਰ ਲਓ, ਲੇਕਿਨ ਮੈਂ ਸਕੂਲ ਜਾਣੋਂ ਨਹੀਂ ਹਟਣਾ। ਲੇਕਿਨ ਉਹ ਅੱਜ ਸ਼ੀ ਇਜ਼ ਦਾ ਯੰਗੈਸਟ ਗਰਲ ਟੂ ਰਿਸੀਵ ਨੋਬਲ ਪ੍ਰਾਈਜ਼। ਸੋ ਇਹ ਸਾਡੇ ਵਾਸਤੇ ਇੱਕ ਬਹੁਤ ਮਾਣ ਵਾਲੀ ਗੱਲ ਹੈ ਕਿ ਅਗਰ ਕੋਈ ਵੀ ਬੇਟੀ, ਕੋਈ ਵੀ ਭੈਣ, ਕੋਈ ਵੀ ਜੋ ਔਰਤ ਜਾਂ ਕੋਈ ਵੀ ਮਹਿਲਾ ਅਗਰ ਸੋਚ ਲਵੇ ਕਿ ਤੇ ਉਹ ਕੀ ਨਹੀਂ ਕਰ ਸਕਦੀ। ਸੋ ਔਰ ਉਹਨੇ ਇੱਕ ਸਲੋਗਨ ਦਿੱਤਾ ਕਿ ਟੈਰੋਰਿਸਟ ਦੇ ਕੋਲ ਜਿੰਨੇ ਮਰਜ਼ੀ ਬੰਦੂਕਾਂ ਹੋ ਸਕਦੀਆਂ, ਕੁਛ ਵੀ ਹੋ ਸਕਦਾ, ਲੇਕਿਨ ਆਈ ਹੈਵ ਦਾ ਬੁੱਕ ਟੂ ਪ੍ਰੋਟੈਕਟ ਮਾਈ ਸੈਲਫ। ਸੋ ਐਜੂਕੇਸ਼ਨ ਦੀ ਇਹ ਮੈਸੇਜ ਹੈ ਇੱਥੋਂ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ। ਬਾਕੀ ਸਪੋਰਟਸ ਦੇ ਵਿੱਚ ਵੀ ਬਹੁਤ ਲੇਡੀਜ਼ ਆਈਆਂ, ਜਿਸ ਤਰ੍ਹਾਂ ਸਾਡੀਆਂ ਆਥਿਆ ਗਿਬਸਨ ਸਭ ਤੋਂ ਪਹਿਲਾਂ ਜਿਹਨੇ ਵਿੰਬਲਡਨ ਖੇਲਿਆ ਸੀਗਾ, ਉਹ ਐਫਰੋ ਅਮਰੀਕਨ ਪਲੇਅਰ ਸੀਗੀ ਜਿਹਨੇ ਵਿੰਬਲਡਨ ਫਸਟ ਟਾਈਮ ਖੇਲਿਆ। ਉਸ ਤੋਂ ਬਾਅਦ ਸਰੀਨਾ ਵਿਲੀਅਮ, ਉਹਦੀ ਭੈਣ ਜਿਹੜੀ ਆ ਵੀਨਸ ਵਿਲੀਅਮ, ਹੋਰ ਬਹੁਤ ਸਾਰੇ ਸਪੋਰਟਸ ਦੇ ਵਿੱਚ ਜਿਹੜੇ ਸਟੈਫੀ ਗਰਾਫ ਵਗੈਰਾ, ਜੋ ਜਿੰਨੀਆਂ ਵੀ ਪਲੇਅਰਸ, ਚਾਹੇ ਕੋਈ ਵੀ, ਚਾਹੇ ਉਹ ਰੈਸਲਿੰਗ ਹੋਵੇ, ਚਾਹੇ ਐਥਲੈਟਿਕਸ ਹੋਣ, ਉਹ ਉਹਨਾਂ ਨੇ ਆ ਕੇ ਆਪਣਾ ਨਾਮ ਜਿਹੜਾ ਆ ਦੁਨੀਆ ਦੇ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ। ਸੋ ਆਪਾਂ ਭਾਰਤ ਦੀ ਧਰਤੀ 'ਤੇ ਸੀ, ਫਿਰ ਵੱਧਦੇ ਅੱਗੇ, ਕਿਉਂਕਿ ਜਿਸ ਤਰ੍ਹਾਂ ਉੱਥੇ ਜਿਹੜੀਆਂ ਪ੍ਰਥਾਵਾਂ ਜਿਹੜੀਆਂ ਚੱਲ ਰਹੀਆਂ, ਕਨਵੈਨਸ਼ਨ ਚੱਲ ਰਹੀਆਂ ਸੀ, ਉਹ ਬਹੁਤ ਹੀ ਮਾਲ ਪ੍ਰੈਕਟਿਸ ਸੀਗੀ ਇੱਕ ਸੁਸਾਇਟੀ ਦੇ। ਮੈਂ ਇਹ ਕਹਿ ਸਕਦਾ ਹਾਂ ਕਿ ਸਮਾਜ ਦੇ ਨਾਂ 'ਤੇ ਇੱਕ ਧੱਬਾ ਸੀ ਕਿ ਜਿਹੜੇ ਗ੍ਰੰਥ ਵੀ ਹਨ, ਜਿਹੜੇ ਬੜੇ ਗ੍ਰੰਥ ਵੀ ਹਨ, ਉਹਨਾਂ ਦੇ ਵਿੱਚ ਵੀ ਉਹਨਾਂ ਨੇ, ਜਿਸ ਤਰ੍ਹਾਂ ਆਪਾਂ ਮਹਾਭਾਰਤ ਦੀ ਗੱਲ ਕਰਦੇ ਹਾਂ ਜਾਂ ਰਾਮਾਇਣ ਦੀ ਵੀ ਗੱਲ ਕਰਦੇ ਹਾਂ, ਮਾਤਾ ਸੀਤਾ ਨੂੰ ਅਗਨੀ ਪ੍ਰੀਖਿਆ ਦੇਣੀ ਪਈ। ਅਤੇ ਅਗਰ ਅਸੀਂ ਕੌਰਵਾਂ ਦੀ, ਪਾਂਡਵਾਂ ਦੀ ਵੀ ਗੱਲ ਕਰਦੇ ਹਾਂ, ਅਤੇ ਮਾਤਾ ਦ੍ਰੋਪਦੀ ਜਿਹੜੀ ਆ, ਉਸ ਦਾ ਚੀਰਹਰਣ ਕੀਤਾ ਗਿਆ ਔਰ ਉਸ ਨੂੰ ਜੂਏ ਦੇ ਵਿੱਚ ਹਾਰ ਦਿੱਤਾ ਗਿਆ। ਇਸ ਤਰ੍ਹਾਂ ਦੀ ਦਸ਼ਾ, ਇਹ ਤਾਂ ਬਹੁਤ ਉੱਚੇ ਲੋਕ ਸੀ, ਅਤੇ ਉਹ ਵੀ ਅਗਰ ਔਰਤ ਦਾ ਇਹ ਕਰ ਰਹੇ ਸੀਗੇ, ਅਤੇ ਬਾਕੀ ਆਮ ਜਿਹੜੇ ਸਮਾਜ ਦੇ ਵਿੱਚ ਰਹਿਣ ਵਾਲੇ ਲੋਕ ਹੋਣਗੇ, ਉਹ ਕਿਸ ਤਰ੍ਹਾਂ ਇੱਕ ਮਹਿਲਾ ਦਾ ਦੁਰਵਿਵਹਾਰ ਕਿਸ ਤਰ੍ਹਾਂ ਕਰਦੇ ਹੋਣਗੇ। ਸੋ ਇਸ ਤਰ੍ਹਾਂ ਸਤੀ ਪ੍ਰਥਾ ਜਿਹੜੀ, ਆਪਾਂ ਸਤੀ ਪ੍ਰਥਾ ਦੀ ਜਦੋਂ ਗੱਲ ਕਰਦੇ ਹਾਂ, ਅਤੇ ਸਤੀ ਦਾ ਅਗਰ ਅਸੀਂ ਲਿਟਰੇਰੀ ਮੀਨਿੰਗ ਇਹਦਾ ਲੱਭਦੇ ਹਾਂ, ਤਾਂ ਇਹਦਾ ਮਤਲਬ ਕਿ ਇੱਕ ਆਦਰਸ਼ ਮਹਿਲਾ ਪਰ ਆਦਰਸ਼। ਔਰ ਕੀ ਕਰਨਾ ਉਹਨੇ, ਜਦੋਂ ਉਹਦੇ ਪਤੀ ਦੀ ਡੈਥ ਹੋ ਜਾਂਦੀ ਆ, ਉਹਨੇ ਫਿਊਨਰਲ ਪਾਇਰ 'ਤੇ ਆਪ ਵੀ ਮਰਨਾ ਆ। ਔਰ ਇਹ ਇੱਕ ਬੜੇ ਜਸ਼ਨ ਮਨਾਇਆ ਜਾਂਦਾ ਸੀਗਾ, ਔਰ ਬੜੇ ਜਿਹੜੇ ਰਾਜੇ ਜਾਂ ਬੜੇ ਅਧਿਕਾਰੀ ਚੀਫ ਗੈਸਟ ਬਣ ਕੇ ਆਉਂਦੇ ਸੀਗੇ, ਔਰ ਪੂਰਾ ਪਿੰਡ ਜਿਹੜਾ ਸੀ ਉਹ ਦੇਖਦਾ ਹੁੰਦਾ ਸੀਗਾ, ਔਰ ਉਸ ਤੋਂ ਬਾਅਦ ਉਹ ਜਸ਼ਨ ਜਿਹੜਾ ਮਨਾਇਆ ਜਾਂ ਢੋਲ ਨਗਾਰੇ ਵਜਾਏ ਜਾਂਦੇ ਸਨ। ਸੋ ਆਪਾਂ ਯਾਦ ਰੱਖੀਏ ਕਿ ਉਸ ਵੇਲੇ ਬ੍ਰਿਟਿਸ਼ ਰਾਜ ਸੀਗਾ ਉਸ ਵੇਲੇ ਭਾਰਤ 'ਤੇ। ਜਿਸ ਤਰ੍ਹਾਂ ਆਪਾਂ ਕਹਿ ਸਕਦੇ ਈਸਟ ਇੰਡੀਆ ਕੰਪਨੀ ਉਸ ਵੇਲੇ ਸੀਗੀ, ਕਿ 1600 ਤੋਂ ਲੱਗ ਕੇ 1857 ਤੱਕ ਈਸਟ ਇੰਡੀਆ ਕੰਪਨੀ ਰਹੀ ਆ, ਉਹ ਰਾਜ ਚਲਾਉਂਦੇ ਸੀ। ਉਹਨਾਂ ਦੀ ਗਵਰਨਰ ਜਨਰਲ ਅਪੁਆਇੰਟ ਕਰਦੀ ਸੀ ਬ੍ਰਿਟਿਸ਼ ਗਵਰਨਮੈਂਟ, ਉੱਥੇ ਜਾ ਕੇ ਗਵਰਨਰ ਜਨਰਲ ਦਾ ਮੇਨ ਹੈੱਡ ਹੁੰਦਾ ਸੀਗਾ। ਸੋ ਇਸ ਤਰ੍ਹਾਂ ਜਦੋਂ ਇਹ ਪ੍ਰਥਾਵਾਂ ਚੱਲਦੀਆਂ ਸੀਗੀਆਂ, ਅਤੇ ਮੰਦਿਰਾਂ ਦੇ ਵਿੱਚ ਵੀ ਜਿਹੜੀਆਂ ਦਲਿਤ ਸਾਡੀਆਂ ਬੇਟੀਆਂ, ਜੋ ਭੈਣਾਂ ਮਾਤਾਵਾਂ ਜਿਹੜੀਆਂ ਹੁੰਦੀਆਂ ਸੀਗੀਆਂ, ਉਹ ਉੱਥੇ ਹੀ ਰਹਿੰਦੀਆਂ ਸੀਗੀਆਂ, ਉੱਥੇ ਜੋ ਪੁਜਾਰੀ ਸੀ ਉਹਨਾਂ ਦੀਆਂ ਪੂਜਾ ਕਰਦੀਆਂ ਹੁੰਦੀਆਂ ਸੀ। ਇਹ ਮਾਲ ਪ੍ਰੈਕਟਿਸਿਸ ਜਿਹੜੀਆਂ ਚੱਲ ਰਹੀਆਂ ਸੀ ਸੁਸਾਇਟੀ ਦੇ ਵਿੱਚ, ਇਟ ਵਾਜ਼ ਏ ਸਟੈਗਮਾ ਔਨ ਦਾ ਫੇਅਰ ਨੇਮ ਆਫ ਇੰਡੀਅਨ ਸੁਸਾਇਟੀ। ਸੋ ਉਸ ਤੋਂ ਬਾਅਦ ਜਦੋਂ ਅਸੀਂ ਚੱਲਦੇ ਹਾਂ, ਅਤੇ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਭਾਰਤ ਜਿਹੜਾ ਛੋਟੇ ਰਾਜਾਂ ਦੇ ਵਿੱਚ ਵੰਡਿਆ ਹੋਇਆ ਸੀ, ਪਰ ਅਧਿਕਾਰ ਜਿਹੜਾ ਸੀਗਾ ਉਹ ਬ੍ਰਿਟਿਸ਼
ਬ੍ਰਿਟਿਸ਼ਰਸ ਦਾ ਸੀਗਾ। ਗਵਰਨਰ ਜਨਰਲ ਉੱਥੇ ਜਾ ਕੇ ਰਾਜ ਕਰਦਾ ਸੀ। ਆਓ ਸਾਡੇ ਨਾਲ ਸਾਡੇ ਕੋਈ ਹੋਰ ਜੁੜੇ ਆ ਵਿਊਅਰ, ਆਪਾਂ ਦੇਖਦੇ ਕੌਣ। ਹੈਲੋ, ਜੈ ਗੁਰਦੇਵ ਜੀ। ਹਾਂਜੀ, ਧੰਨ ਗੁਰਦੇਵ ਜੀ। ਹਾਂਜੀ, ਜੈ ਗੁਰਦੇਵ ਜੀ। ਕੌਣ ਤੇ ਕਿੱਥੋਂ ਬੋਲ ਰਹੇ ਜੀ? ਮੈਂ ਆਪਣੇ ਹੁਸਨ ਲਾਲ ਚੌਹਾਨ ਬੋਲਦਾ, ਬਰਮਿੰਘਮ ਤੋਂ। ਚੌਹਾਨ ਸਾਹਿਬ, ਤੁਹਾਡਾ ਸਵਾਗਤ ਹੈ। ਕੀ ਕਹਿਣਾ ਚਾਹੁੰਦੇ ਹੋ ਜੀ? ਤੁਹਾਨੂੰ ਵੀ ਜੈ ਗੁਰਦੇਵ, ਸਾਰੇ ਸਰੋਤਿਆਂ ਨੂੰ ਸੁਣਨ ਵਾਲਿਆਂ ਨੂੰ ਬਹੁਤ ਪਿਆਰ ਭਰੀ ਜੈ ਗੁਰਦੇਵ। ਹਾਂਜੀ, ਮੇਰੇ ਵੱਲੋਂ ਵੀ ਅੱਜ ਹੈਪੀ ਵੂਮਨ ਡੇ ਆ। ਹਾਂਜੀ। ਤੇ ਸਾਰੇ ਜਿੱਥੇ ਵਰਲਡ ਤੇ ਸਾਰੇ ਜਿੱਥੇ ਵੀ ਆ ਵੂਮਨ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਉਹਨਾਂ ਨੂੰ ਹੈਪੀ ਵੂਮਨ ਡੇ। ਤੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ। ਥੈਂਕ ਯੂ ਜੈ ਗੁਰਦੇਵ, ਧੰਨ ਗੁਰਦੇਵ। ਥੈਂਕ ਯੂ ਸਾਹਿਬ। ਪ੍ਰੋਗਰਾਮ ਪੂਰਾ ਦੇਖਿਓ ਜੀ। ਥੈਂਕ ਯੂ ਵੈਰੀ ਮੱਚ। ਸੋ ਚੌਹਾਨ ਸਾਹਿਬ ਸੀ ਬਰਮਿੰਘਮ ਤੋਂ, ਉਹਨਾਂ ਨੇ ਆਪਣਾ ਮੈਸੇਜ ਦਿੱਤਾ, ਪੂਰੇ ਸੰਸਾਰ ਨੂੰ ਵਧਾਈਆਂ ਦਿੱਤੀਆਂ। ਇੱਕ ਵਾਰ ਫਿਰ ਅਸੀਂ ਆਪਣੇ ਵੱਲੋਂ ਪ੍ਰੈਜ਼ੈਂਟਰ ਵੱਲੋਂ ਕੰਚੀ ਟੀਵੀ ਦੀ ਪੂਰੀ ਟੀਮ ਵੱਲੋਂ ਲੱਖ ਲੱਖ ਵਧਾਈਆਂ ਦੇ ਰਹੇ ਹਾਂ। ਸੋ ਸਤੀ ਪ੍ਰਥਾ ਦੀ ਆਪਾਂ ਗੱਲ ਕਰ ਰਹੇ ਜਾਂ ਹੋਰ ਜਿੰਨੀਆਂ ਵੀ ਸੁਸਾਇਟੀ ਦੇ ਵਿੱਚ ਔਰਤ ਵਰਗ, ਮਹਿਲਾ ਵਰਗ ਨੂੰ ਉਹਨਾਂ ਦੀ ਦੁਰਦਸ਼ਾ, ਉਹਨਾਂ ਨੂੰ ਜਿਹੜਾ ਉਹਨਾਂ ਦੀ ਜੋ ਅਧੀਨ ਰੱਖਣ ਵਾਸਤੇ ਜੋ ਚੱਲ ਰਹੀਆਂ ਸੀਗੀਆਂ, ਉਹ ਬਹੁਤ ਦਰਦਨਾਕ ਸੀਗੀਆਂ। ਔਰ ਕੋਈ ਉਹ ਪੜ੍ਹ ਨਹੀਂ ਸਕਦੀਆਂ ਸੀਗੀਆਂ, ਕੋਈ ਕੰਮ ਨਹੀਂ ਕਰ ਸਕਦੀਆਂ ਸੀਗੀਆਂ, ਕਿਤੇ ਵੀ ਆ ਜਾ ਨਹੀਂ ਸਕਦੀਆਂ ਸੀਗੀਆਂ। ਸੋ ਉਹਨਾਂ ਦੀ ਜਿਹੜੀ ਜ਼ਿੰਦਗੀ ਹੁੰਦੀ ਸੀ ਆਪਣੇ ਪਤੀ ਦੀ ਜ਼ਿੰਦਗੀ ਤੱਕ ਹੀ ਹੁੰਦੀ ਸੀਗੀ ਕਿ ਅਗਰ ਬਾਈ ਚਾਂਸ ਦੁਰਘਟਨਾ ਹੋ ਜਾਂਦੀ ਹੈ, ਕੋਈ ਪਤੀ ਦੀ ਮੌਤ ਹੋ ਜਾਂਦੀ, ਤਾਂ ਉਹਦੀ ਵਾਈਫ ਨੂੰ ਉਹਨੂੰ ਨਾਲ ਮਰਨਾ ਪੈਂਦਾ ਸੀਗਾ। ਔਰ ਇਸ ਨੂੰ ਜਸ਼ਨ ਦੇ ਤੌਰ 'ਤੇ ਮਨਾਇਆ ਜਾਂਦਾ ਸੀਗਾ। ਸੋ ਇੱਥੇ ਮੈਂ ਗੱਲ ਕਰ ਰਿਹਾ, ਇੱਕ ਸਾਡੇ ਗਵਰਨਰ ਜਨਰਲ 1928 ਤੋਂ ਲਾ ਕੇ 1828 ਤੋਂ ਲਾ ਕੇ 1835 ਤੱਕ ਇੱਕ ਗਵਰਨਰ ਜਨਰਲ ਗਏ। ਉਸ ਤੋਂ ਪਹਿਲਾਂ ਜਿੰਨੇ ਗਏ ਜਾਂ ਉਸ ਤੋਂ ਬਾਅਦ ਵੀ ਜਿੰਨੇ ਗਏ ਗਵਰਨਰ ਜਨਰਲ, ਜਿੰਨੇ ਵੀ ਬ੍ਰਿਟਿਸ਼ ਤੋਂ ਗਏ ਆ, ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਸੀਗਾ। ਜਦੋਂ ਕੋਈ ਰਾਜ ਘਰਾਣੇ ਦੇ ਵਿੱਚ ਇੱਦਾਂ ਦੀ ਕੋਈ ਘਟਨਾ ਹੁੰਦੀ ਸੀ ਤਾਂ ਉਹਨਾਂ ਨੂੰ ਚੀਫ ਗੈਸਟ ਬੁਲਾਉਂਦੇ, ਉਹ ਜਾ ਕੇ ਬਹਿ ਜਾਂਦੇ ਸੀਗੇ। ਉਹਨਾਂ ਨੂੰ ਉਹਨਾਂ ਦੇ ਕਰੀਡ ਕਸਟਮ ਦੇ ਨਾਲ ਕੋਈ ਦਿਲਚਸਪੀ ਨਹੀਂ ਹੁੰਦੀ ਸੀ। ਲੇਕਿਨ ਜਿਹੜੇ ਇਹ ਗਵਰਨਰ ਜਨਰਲ ਗਏ 1928 ਦੇ ਵਿੱਚ, ਇਹਨਾਂ ਦਾ ਨਾਂ ਸੀ ਲਾਰਡ ਵਿਲੀਅਮ ਬੈਂਟਿਕ। ਔਰ ਇਹ ਬਹੁਤ ਹੀ ਇੱਕ ਮੋਡਰੇਟ ਪਰਸਨੈਲਿਟੀ ਸੀ। ਔਰ ਇਹਨਾਂ ਨੇ ਜਾ ਕੇ ਜਦੋਂ ਉੱਥੇ ਹਾਲਾਤ ਦੇਖੇ ਕਿ ਦਿਸ ਇਜ਼ ਇੰਜਸਟਿਸ ਹੈ ਵੂਮਨ ਵਾਸਤੇ, ਕਿ ਉਹਨਾਂ ਦੀ ਕੀ ਕਸੂਰ ਹੈਗਾ ਕਿ ਉਹ ਉਹਨਾਂ ਨੂੰ ਨਾਲ ਮਰਨਾ ਪੈਂਦਾ ਆ, ਕਿਤੇ ਕੋਈ ਪ੍ਰੋਬਲਮ ਆ, ਕਿਤੇ ਜਦੋਂ ਇਹ ਅਲੱਗ-ਅਲੱਗ ਪ੍ਰਥਾਵਾਂ, ਇਹ ਹਰ ਪੂਰੀ ਇੰਡੀਆ ਵਿੱਚ ਨਹੀਂ ਸੀ, ਕਿਤੇ ਕੋਈ ਚੱਲਦੀ ਸੀ, ਕਿਤੇ ਕੋਈ ਚੱਲਦੀ ਸੀ। ਜਿੱਦਾਂ ਬੰਗਾਲ ਦੇ ਵਿੱਚ ਜ਼ਿਆਦਾ ਸਤੀ ਪ੍ਰਥਾ ਚੱਲਦੀ ਸੀਗੀ। ਔਰ ਉੱਥੇ ਬੰਗਾਲ ਦੇ ਵਿੱਚ ਹੀ ਇੱਕ ਸਾਡੇ ਹੋਇਆ ਕਿ ਰਾਜਾ ਰਾਮ ਮੋਹਨ ਰਾਏ, ਉਹ ਵੀ ਇੱਕ ਸੋਸ਼ਲ ਰਿਲੀਜੀਅਸ ਰਿਫਾਰਮਰ ਸੀਗੇ। ਉਹ ਵੀ ਐਜੂਕੇਸ਼ਨ 'ਤੇ ਜ਼ੋਰ ਦੇ ਕੇ ਸਮਾਜ ਨੂੰ ਉੱਪਰ ਚੱਕਣਾ ਚਾਹੁੰਦੇ ਸੀ। ਉਹਨਾਂ ਦੇ ਦਿਲ ਦੇ ਵਿੱਚ ਵੀ ਇੱਕ ਸੀਗਾ ਕਿ ਉਹਨਾਂ ਨੇ ਬ੍ਰਹਮੋ ਸਮਾਜ ਦੀ ਵੀ ਇੱਕ ਸਥਾਪਨਾ ਕੀਤੀ ਸੀਗੀ, ਜਿਹਦੇ ਤਹਿਤ ਉਹ ਸੋਚਦੇ ਸੀਗੇ ਕਿ ਸੁਸਾਇਟੀ ਦੇ ਵਿੱਚ ਔਰਤ ਔਰ ਪੁਰਸ਼ ਜਿਹੜੇ ਆ, ਇਹਨਾਂ ਦਾ ਜਿਹੜਾ ਸਟੇਟਸ ਆ ਉਹ ਬਰਾਬਰ ਹੋਣਾ ਚਾਹੀਦਾ ਆ। ਔਰ ਇੱਧਰੋਂ ਲਾਰਡ ਵਿਲੀਅਮ ਬੈਂਟਿਕ ਜਿਹੜੇ ਚਲੇ ਗਏ ਸੀਗੇ, ਦੋਨਾਂ ਦੇ ਵਿੱਚ ਆਪਸ ਵਿੱਚ ਜਦੋਂ ਵਿਚਾਰ ਮਿਲਿਆ ਤਾਂ ਉਹਨਾਂ ਨੇ 1829 ਦੇ ਵਿੱਚ ਸਤੀ ਪ੍ਰਥਾ, ਸਤੀ ਸਿਸਟਮ 'ਤੇ ਬੈਨ ਲਗਾ ਦਿੱਤਾ ਸੀਗਾ ਪ੍ਰੋਵਿੰਸ ਬੰਗਾਲ ਦੇ ਵਿੱਚ। ਸੋ ਇਸ ਤਰ੍ਹਾਂ ਹੋਰ ਜਗ੍ਹਾ 'ਤੇ ਜਿੱਦਾਂ ਚੱਲ ਰਿਹਾ ਸੀਗਾ, ਲੇਕਿਨ ਇਹ ਬੈਨ ਲੱਗ ਗਿਆ। ਲੇਕਿਨ ਉਸ ਤੋਂ ਬਾਅਦ ਫਿਰ ਦੁਬਾਰਾ ਸ਼ੁਰੂ ਹੋ, ਕਿਉਂਕਿ ਇਹ ਲਾਅ ਨਹੀਂ ਬਣੇ ਸੀਗੇ। ਜਦੋਂ ਲਾਰਡ ਵਿਲੀਅਮ ਬੈਂਟਿਕ ਵਾਪਸ ਆ ਗਏ, ਉਹਨਾਂ ਦੀ ਜੋ ਟਰਮ 1835 ਵਿੱਚ ਖਤਮ ਹੋ ਗਈ, ਵਾਪਸ ਆ ਗਏ। ਉਸ ਤੋਂ ਬਾਅਦ ਜਿਹੜੇ ਹੋਰ ਗਵਰਨਰ ਜਨਰਲ ਗਏ, ਉਹਨਾਂ ਨੇ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਾ। ਅਤੇ ਜਿਹੜੇ ਉੱਥੇ ਉਸ ਵੇਲੇ ਦੇ ਸਥਾਨੀ ਹੁਕਮਰਾਨ ਸੀਗੇ, ਉਹਨਾਂ ਨੇ ਦੁਬਾਰਾ ਫਿਰ ਉਹਨਾਂ ਨੂੰ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਚੱਲਦਾ ਰਿਹਾ ਕਿ ਕੋਈ ਅਥੈਂਟਿਕ ਕੋਈ ਚੀਜ਼ਾਂ ਨਹੀਂ ਹੋਈਆਂ। ਲੇਕਿਨ ਅਗਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਔਰਤ ਵਰਗ ਦੀ ਜਿਹੜੀ ਦਸ਼ਾ ਸੀਗੀ ਉਹ ਦਾਰਸ਼ਨ ਬਹੁਤ ਹੀ ਦਰਦਨਾਕ ਸੀ, ਅਤੇ ਫਿਰ ਰਜ਼ੀਆ ਸੁਲਤਾਨ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਮਹਿਲਾਵਾਂ, ਤਾਂ ਉਹਨਾਂ ਨੇ ਤਾਜ ਰੱਖਿਆ ਸਿਰ 'ਤੇ, ਰਾਣੀਆਂ ਮਹਾਰਾਣੀਆਂ ਬਣੀਆਂ। ਸੋ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ, ਇਹ ਐਕਸੈਪਸ਼ਨਲ ਕੇਸਿਸ ਸੀਗੇ ਜਿਹੜੇ ਕਿ ਰਾਜ ਘਰਾਣੇ ਹੁੰਦੇ ਸੀ। ਜਦੋਂ ਉਹਨਾਂ ਦੇ ਬੇਟਾ ਨਹੀਂ ਸੀਗਾ ਅਤੇ ਉਹਨਾਂ ਦੀ ਜਿਹੜੀ ਪਤਨੀ ਆ ਉਹ ਹੋਈ ਰਾਣੀ ਬਣ ਜਾਂਦੀ ਸੀ, ਜਿਸ ਤਰ੍ਹਾਂ ਰਜ਼ੀਆ ਸੁਲਤਾਨ ਜਾਂ ਫਿਰ ਰਾਣੀ ਪਦਮਾਵਤੀ, ਜਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਨਾਮ ਜਿਹੜੇ ਆ, ਨੂਰ ਜਹਾਂ ਵਗੈਰਾ, ਇਸ ਤਰ੍ਹਾਂ ਦੇ ਨਾਮ ਜਿਹੜੇ ਬਹੁਤ ਸਾਰੇ ਇਤਿਹਾਸ ਦੇ ਵਿੱਚ ਆਉਂਦੇ ਆ। ਲੇਕਿਨ ਐਜ਼ ਜਨਰਲ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕਿ ਦਸ਼ਾ ਜਿਹੜੀ ਸੀਗੀ ਉਹ ਬਹੁਤ ਖਰਾਬ ਸੀ। ਸੋ ਅਗਰ ਅਸੀਂ ਕਹਿੰਦੇ ਕਿ 1829 ਦੇ ਵਿੱਚ ਸਤੀ ਸਿਸਟਮ ਬੈਨ ਕੀਤਾ ਗਿਆ, ਅਤੇ ਫਿਰ ਇੱਥੋਂ ਗੱਲ ਇੱਕ ਹੋਰ ਸ਼ੁਰੂ ਹੁੰਦੀ ਹੈ ਕਿ 18th ਸੈਂਚਰੀ ਦੇ ਵਿੱਚ ਸਾਡੇ ਮਹਾਨ ਮਾਤਾ ਸਵਿਤਰੀ ਬਾਈ ਫੁੱਲੇ ਜੀ ਦਾ ਆਗਮਨ ਭਾਰਤ ਦੀ ਧਰਤੀ 'ਤੇ
ਹੁੰਦਾ ਹੈ ਪੱਛਮ ਭਾਰਤ ਪੂਨੇ ਦੇ ਵਿੱਚ। ਔਰ ਉਹ ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ 3 ਜਨਵਰੀ ਨੂੰ ਉਹਨਾਂ ਦਾ ਜਿਹੜਾ ਬਰਥ 1797 ਦੇ ਵਿੱਚ ਉਹਨਾਂ ਦਾ ਬਰਥ ਹੋਇਆ। ਔਰ ਉਹ ਜਿਸ ਤਰ੍ਹਾਂ ਦੇਖ ਰਹੇ ਹੋ ਆਪ ਤਸਵੀਰ ਵੀ ਦੇਖ ਰਹੇ ਹੋ ਕਿ ਉਹ ਜਦੋਂ ਛੋਟੇ ਸੀ, ਹਲੇ 9 ਸਾਲ ਦੇ ਹੀ ਸੀ, ਅਤੇ ਉਹਨਾਂ ਦਾ ਜਿਹੜਾ ਵਿਵਾਹ ਜਿਹੜਾ ਆ ਉਹ ਮਹਾਤਮਾ ਜੋਤੀਬਾ ਫੂਲੇ ਜੀ ਦੇ ਨਾਲ ਹੋ ਗਿਆ। ਔਰ ਜੋਤੀਬਾ ਫੂਲੇ ਜਿਹੜੇ ਸੀਗੇ ਉਹ ਉਸ ਵੇਲੇ 13 ਸਾਲ ਦੇ ਸੀਗੇ ਔਰ ਦੋਨਾਂ ਨੇ ਹੀ ਐਜੂਕੇਸ਼ਨ ਜਿਹੜੀ ਆ ਉਹ ਗ੍ਰਹਿਣ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਐਜੂਕੇਸ਼ਨ ਕੀਤੀ ਔਰ ਉਹਨਾਂ ਨੇ ਆਪਣੀ ਪਤਨੀ ਯਾਨੀ ਸਵਿਤਰੀ ਬਾਈ ਫੂਲੇ ਜੀ ਨੂੰ ਆਪਣੇ ਘਰ ਹੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਔਰ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹ ਜਿਹੜੀ ਸਮਾਜਿਕ ਬੁਰਾਈਆਂ ਆ ਇਹਨੂੰ ਜੜ੍ਹ ਤੋਂ ਉਖਾੜਨ ਵਾਸਤੇ ਇੱਕੋ ਹੀ ਮੈਡੀਸਨ ਆ, ਉਹ ਹੈਗੀ ਐਜੂਕੇਸ਼ਨ, ਨਥਿੰਗ ਐਲਸ। To eradicate these social evils from the society, it's only one medicine, that is education. So ਉਹਨਾਂ ਨੇ ਇੱਕ ਗੱਲ ਸਮਝ ਲਈ ਸੀਗੀ ਔਰ ਉਹਨਾਂ ਨੇ ਐਜੂਕੇਸ਼ਨ ਦਿੱਤੀ। ਫਿਰ ਉਹਨਾਂ ਨੇ ਜਾ ਕੇ 1848 ਦੇ ਵਿੱਚ ਪਹਿਲਾ ਸਕੂਲ ਖੋਲ੍ਹਿਆ ਮਹਿਲਾ ਬੱਚੀਆਂ ਵਾਸਤੇ, ਸਿਰਫ ਓਨਲੀ ਗਰਲਸ। ਔਰ ਉਹਨਾਂ ਦੇ ਨਾਂ 'ਤੇ ਜਿਹੜਾ ਦਿਨ ਵੀ ਮਨਾਇਆ ਜਾਂਦਾ ਮਹਾਰਾਸ਼ਟਰ ਦੇ ਵਿੱਚ, ਬਾਲ ਦਿਵਸ ਕਿਹਾ ਜਾਂਦਾ, ਉਹਨਾਂ ਦੇ ਜਨਮ ਦਿਨ ਨੂੰ ਬਾਲ ਦਿਵਸ ਕਿਹਾ ਜਾਂਦਾ ਹੈ। ਸੋ ਉਹਨਾਂ ਨੇ ਇੰਨੀ ਸਟਰਗਲ ਕੀਤੀ, ਜੋਤੀਬਾ ਫੂਲੇ ਮਹਾਤਮਾ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਇਸੇ ਚੀਜ਼ 'ਤੇ ਐਜੂਕੇਸ਼ਨ 'ਤੇ ਲਾਤੀ, ਬੱਚਿਆਂ ਨੂੰ ਪੜ੍ਹਾਉਣ ਵਾਸਤੇ। ਕਿਉਂਕਿ ਅਗਰ ਚਾਹੇ ਉਹ ਗਰਲ ਹੈ ਚਾਹੇ ਬॉय ਆ, ਚਾਹੇ ਲੜਕੀ ਆ ਚਾਹੇ ਲੜਕਾ, ਚਾਹੇ ਬੇਟੀ ਹੈ ਚਾਹੇ ਬੇਟਾ ਆ, ਅਗਰ ਉਹ ਐਜੂਕੇਟਡ ਆ, ਅਗਰ ਉਹ ਸ਼ਿਕਸ਼ਿਤ ਆ ਅਤੇ ਉਹਨੂੰ ਪਤਾ ਆ ਕਿ ਉਹਦੇ ਰਾਈਟਸ ਕੀ ਹਨ, ਉਹਦੇ ਹੱਕ ਕੀ ਹਨ। ਜਦੋਂ ਉਹਨੂੰ ਨਹੀਂ ਪਤਾ ਕੁਛ ਵੀ ਅਤੇ ਉਹ ਮੰਗ ਕਿਹਦੀ ਕਰੂਗਾ, ਉਹ ਇੱਦਾਂ ਸੋਚੂਗਾ ਕਿ ਮੈਂ ਅਧੀਨੀ ਹਾਂ, ਕਿਉਂਕਿ ਸ਼ਾਇਦ ਇੱਦਾਂ ਹੀ ਸੁਸਾਇਟੀ ਚੱਲਦੀ ਆ। ਲੇਕਿਨ ਜਦੋਂ ਅਸੀਂ ਪੜ੍ਹ ਲਿਖ ਜਾਂਦੇ ਹਾਂ ਜਾਂ ਬੱਚੇ ਪੜ੍ਹ ਲਿਖ ਜਾਂਦੇ ਆ, ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਨੋ, ਦੈਟਸ ਇਜ਼ ਰੋਂਗ, ਬਿਕੋਜ਼ ਆਲ ਹਿਊਮਨ ਬੀਇੰਗਸ ਆਰ ਦ ਸੇਮ। ਇਸ ਕਰਕੇ ਇਹ ਅਗਰ ਕੋਈ ਡਿਸਕ੍ਰਿਮੀਨੇਸ਼ਨ ਹੋ ਰਿਹਾ ਤਾਂ ਇਹ ਗਲਤ ਆ। ਉਹ ਐਜੂਕੇਸ਼ਨ ਤੋਂ ਪਤਾ ਲੱਗਦਾ। ਤਾਂ ਸਾਡੇ ਮਹਾਤਮਾ ਜਿਹੜੇ ਸੀਗੇ ਜੋਤੀਬਾ ਫੂਲੇ, ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀਗਾ ਕਿ ਐਜੂਕੇਸ਼ਨ ਹੀ ਇੱਕ ਇਸ ਤਰ੍ਹਾਂ ਹਥਿਆਰ ਵਾ ਜਿਸ ਦੇ ਨਾਲ ਇਹਨਾਂ ਚੀਜ਼ਾਂ ਨੂੰ, ਇਹਨਾਂ ਬੁਰਾਈਆਂ ਨੂੰ ਖਤਮ ਕੀਤਾ ਜਾ ਸਕਦਾ ਹੈ। ਸੋ 1848, 1853 ਅਤੇ ਉਸ ਤੋਂ ਬਾਅਦ ਦੇਖੋ ਉਹਨਾਂ ਨੇ 3 ਸਕੂਲ ਖੋਲ੍ਹੇ। ਜੋ ਉਹਨਾਂ ਦੇ ਨਾਲ ਇੱਕ ਸ਼ੇਖ ਫਾਤਿਮਾ ਸ਼ੇਖ ਉਹਨਾਂ ਦੇ ਨਾਲ ਜੁੜੇ ਔਰ ਉਹਨਾਂ ਨੇ ਉਹਨਾਂ ਦੀ ਬੜੀ ਹੈਲਪ ਕੀਤੀ ਜੋ ਸਕੂਲ ਖੋਲ੍ਹਣ ਦੇ ਵਿੱਚ, ਔਰ ਬੱਚੀਆਂ ਨੂੰ ਖਾਸ ਕਰਕੇ ਗਰਲਸ ਨੂੰ ਐਜੂਕੇਸ਼ਨ ਦੇਣ ਦੀ ਔਰ ਸੁਸਾਇਟੀ ਨੂੰ ਅਪਲਿਫਟ ਕਰਨ ਦੀ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ। ਉਹ ਕਰਦੇ ਗਏ ਔਰ ਇਸ ਤਰ੍ਹਾਂ ਹੀ ਜਿਹੜੀਆਂ ਘਟਨਾਵਾਂ ਹੁੰਦੀਆਂ ਗਈਆਂ, ਇਹ ਪ੍ਰਥਾਵਾਂ ਵੱਧਦੀਆਂ ਗਈਆਂ, ਕਿਤੇ ਘਟਦੀਆਂ ਗਈਆਂ, ਅਤੇ ਸਾਡਾ ਜਿਹੜਾ ਸਮਾਜ ਆ ਉਹ ਕਿਤੇ ਤਾਂ ਥੋੜ੍ਹਾ ਜਿਹਾ ਠੀਕ ਹੋ ਜਾਂਦਾ ਸੀ। ਲੇਕਿਨ ਜਨਰਲੀ ਆਲ ਓਵਰ ਇੰਡੀਆ ਜਿਹੜਾ ਉਹ ਜਿਹੜੀ ਸਥਿਤੀ ਠੀਕ ਨਹੀਂ ਸੀਗੀ ਔਰ ਇਸ ਤਰ੍ਹਾਂ ਹੀ ਚੱਲ ਰਿਹਾ ਸੀਗਾ। ਅਤੇ ਉਸ ਤੋਂ ਬਾਅਦ ਫਿਰ ਜਦੋਂ ਸਾਡੇ ਬਾਬਾ ਸਾਹਿਬ ਅੰਬੇਡਕਰ ਯੁੱਗ ਪੁਰਸ਼ ਭਾਰਤੀ ਸੰਵਿਧਾਨ ਦੇ ਨਿਰਮਾਤਾ ਉਹ ਆਉਂਦੇ ਆ, ਜੋ ਉਹ ਜੋਤੀਬਾ ਫੂਲੇ ਜੀ ਦੀ ਨੂੰ ਪੜ੍ਹਦੇ ਆ ਔਰ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਆ ਔਰ ਬਚਪਨ ਦੇ ਵਿੱਚ ਹੀ ਉਹ ਜੋ ਸਟਰਗਲ ਕਰਦੇ ਆ, ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ ਆ ਔਰ ਉਹ ਦੇਖਦੇ ਆ ਕਿ ਜੋ ਔਰਤ ਵਰਗ ਆ ਇਹਨਾਂ ਦੇ ਨਾਲ ਵੀ ਬਹੁਤ ਡਿਸਕ੍ਰਿਮੀਨੇਸ਼ਨ ਹੋ ਰਿਹਾ ਆ, ਇਹਨਾਂ ਦੀ ਦੁਰਦਸ਼ਾ ਜਿਹੜੀ ਉਹ ਠੀਕ ਨਹੀਂ ਹੈ। ਅਤੇ ਜਦੋਂ ਉਹ ਪੜ੍ਹੇ ਆ, ਜਦੋਂ ਉਹ ਇਹਨਾਂ ਕੰਟਰੀਆਂ 'ਚ ਪੜ੍ਹਨ ਆਏ ਆ, ਕੋਲੰਬੀਆ ਯੂਨੀਵਰਸਿਟੀ ਨਿਊਯਾਰਕ ਆਏ ਆ ਜਾਂ ਲੰਡਨ ਸਕੂਲ ਆਫ ਇਕਨੋਮਿਕਸ ਵਿੱਚ ਆਏ ਆ, ਇੱਥੇ ਆ ਕੇ ਜੋ ਦੇਖਿਆ ਉਹਨਾਂ ਨੇ ਕਿ ਔਰਤ ਵਰਗ ਜਿਹੜੀ ਇਹਨਾਂ ਨੂੰ ਰਾਈਟਸ ਮਿਲ ਚੁੱਕੇ ਆ ਔਰ ਇਹ ਦੇ ਆਰ ਡੂਇੰਗ ਵੈਰੀ ਵੈਲ, ਇਕੁਅਲ ਰਾਈਟਸ ਆ, ਵੋਟ ਪਾਉਣ ਦਾ ਰਾਈਟ ਆ, ਕੰਮ ਕਰਨ ਦਾ ਅਧਿਕਾਰ ਆ ਔਰ ਉਹਨਾਂ ਨੂੰ ਜਿੰਨੇ ਵੀ ਰਾਈਟਸ ਆ ਸਾਰੇ ਮਿਲੇ ਹੋਏ ਆ, ਅਤੇ ਭਾਰਤ ਵਿੱਚ ਕਿਉਂ ਨਹੀਂ ਹੈ। ਫਿਰ ਉਹਨਾਂ ਨੇ ਜਾ ਕੇ ਇਸ ਚੀਜ਼ 'ਤੇ ਕੰਮ ਕਰਨਾ ਸ਼ੁਰੂ ਕੀਤਾ। ਬਾਕੀ ਤਾਂ ਕਿਉਂਕਿ ਅੱਜ ਅਸੀਂ ਜਿਹੜਾ ਫੋਕਸ ਕਰ ਰਹੇ ਹਾਂ ਉਹ ਇੰਟਰਨੈਸ਼ਨਲ ਵੂਮਨਸ ਡੇ 'ਤੇ ਕਰ ਰਹੇ ਹਾਂ, ਇਸ ਕਰਕੇ ਬਾਬਾ ਸਾਹਿਬ ਅੰਬੇਡਕਰ ਦੀਆਂ ਅਚੀਵਮੈਂਟਸ ਤਾਂ ਅਣਗਿਣਤ ਆ, ਜਿਹੜੀਆਂ ਅਸੀਂ ਅਗਰ 10 ਦਿਨ ਵੀ ਬੈਠੇ ਲੱਗੇ ਰਹੀਏ ਅਤੇ ਅਸੀਂ ਉਹ ਪੂਰੀਆਂ ਨਹੀਂ ਕਰ ਸਕਦੇ। ਲੇਕਿਨ ਅੱਜ ਅਸੀਂ ਫੋਕਸ ਇਸ ਐਂਗਲ 'ਤੇ ਹੀ ਰਹਿਣਾ ਆ ਕਿ ਮਹਿਲਾ ਵਰਗ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਨੇ ਕਿਸ ਤਰ੍ਹਾਂ ਅਪਲਿਫਟ ਕੀਤਾ ਔਰ ਕਿਸ ਤਰ੍ਹਾਂ ਉਹਨਾਂ ਨੇ ਜਦੋਜਹਿਦ ਸੰਘਰਸ਼ ਕੀਤਾ, ਕਿੰਨੀ ਸਟਰਗਲ ਉਹਨਾਂ ਨੂੰ ਕਰਨੀ ਪਈ। ਸੋ ਜਿਸ ਤਰ੍ਹਾਂ ਉਹ ਦੇਖਦੇ ਸੀਗੇ ਕਿ ਭਾਰਤ ਦੇਸ਼ ਦੇ ਵਿੱਚ ਇੱਕ ਹਿੰਦੂ ਪਰਸਨਲ ਲਾਅ ਆ ਔਰ ਉਸ ਨੂੰ ਕਿਸ ਤਰ੍ਹਾਂ ਚੇਂਜ ਕੀਤਾ ਜਾ ਸਕਦਾ ਆ, ਕਿਉਂਕਿ
जो महिला आ वो प्रॉपर्टी नहीं रख सकती, तो वो जिहड़ी रीमैरिज नहीं कर सकती, डाइवोर्स नहीं दे सकती और वो अडॉप्ट नहीं कर सकती। इस तरह दी जिहड़ियां प्रॉब्लम सीगियां वो बाबा साहब ने देखा कि ये तो बहुत ही ज़्यादा अन्याय आ, ये सोशल इनजस्टिस है, तो इन्हों किद्दां ठीक किया जाए। तो उन्होंने फिर अपना एक हिंदू कोड बिल लिखना शुरू कर दिता, तो वो दसते गए कि किस तरह जो वूमन इंपावरमेंट नूं अगे बढ़ाना आ, वो अपना तैयार करते गए हिंदू कोड बिल। सो जिद्दां जिद्दां अगे बढ़ते गए, जिस तरह आप सबनों पता है कि 1946 दे विच पहली बारी जो महिला अधिकार नूं रखा गया सीगा, लेकिन वो उस वेले इन्ना ज़्यादा उहदा रिजल्ट नहीं निकलिया। लेकिन हिंदू कोड बिल बाबा साहब अंबेडकर जो लिख रहे थे और उन्होंने पता सीगा कि एक दिन मैं इसनूं सामने जरूर लियाऊंगा। सो उन्होंने हिंदू कोड बिल जिहड़ा जिहदे विच जो माल प्रैक्टिसिस सीगियां हिंदू परसनल लॉ दे विच उसनूं मोडिफाई करके किस तरह जिस तरह एक होर चीज़ आप इत्थे गलबात करनी चाहुंदे हैं कि जिस तरह पॉलीगमी कि एक पुरुष जिहड़ा आ वो बहुत सारे ब्याह करा सकदा, 2 करा सकदा, 3, वो पॉलीगमी नूं भी उन्होंने हटाउण दी कि एक जिद्दां असीं किसी धर्म दे विच हो सकदा है, लेकिन बेसिकली ये उन्होंने ये सोचा कि ये गलत आ, तो उन्होंने पॉलीगमी नूं भी उन्होंने अपना एक पॉइंट रखा और हिंदू कोड बिल उन्होंने लिखना शुरू कर दिता। और जिस तरह आप सबनों पता है, सानू सारिਆਂ ਨੂੰ पता है कि कॉन्स्टिट्यूट असैंबली जिहड़ी आ वो चुने हुए मैंबर आए सके और उहदे विच जो कॉन्स्टिट्यूशन जिद्दां कोई जिहड़ी भी आर्टिकल लिखनी हुंदी बाबा साहब अंबेडकर जी तो पुछया जांदा सी और वो सारा दसदे सके। और जदों 26 नवंबर 1949 जदों कंप्लीट हो गया साडा संविधान, तो जो सानू इंडिपेंडेंस मिल गई है 15 अगस्त 1947 उस वेले जो क्योंकि जिहड़े कॉन्स्टिट्यूट असैंबली विच चुने हुए लोग आए सके उही उन्होंने ही अपनी गौरमेंट बना ली कि जिन्ना चिकर असीं जनरल इलैक्शन नहीं करते उन्नी देर असीं इस गौरमेंट में ही चलाते हैं। जिहदे कि पहले जिहड़े प्राइम मिनिस्टर आ वो जवाहर लाल नेहरू साडे पहले प्रधानमंत्री बने और पहले होम मिनिस्टर जिहड़े आ वो सरदार पटेल बने और पहले राष्ट्रपति जिहड़े आ डॉक्टर राजेंद्र प्रसाद बने। डॉक्टर राजेंद्र प्रसाद एक्चुअली कॉन्स्टिट्यूट असैंबली के चेयरमैन भी सीगे, वही प्रेजिडेंट बन गए। सो इसी तरह जिहड़ी बहुत ही इंपॉर्टेंट गल आ वो ये है कि उस मिनिस्ट्री दे विच फस्ट लॉ मिनिस्टर बाबा साहब डॉक्टर भीमराव जी अंबेडकर नूं बनाया गया। सो द फस्ट लॉ मिनिस्टर ऑफ इंडिया आफ्टर इंडिपेंडेंस वॉज डॉक्टर BR अंबेडकर। सो उन्होंने जो ये न्योता दिता गया तो जवाहर लाल नेहरू जी ने उन्होंने न्योता जो दिता तो उन्होंने जवाहर लाल नेहरू जी के नाल एक ही गल की कि मैं हिंदू कोड बिल लिया चाहता हाँ और उस पर मैं पूरा काम कर चुका हाँ और इसनूं पास कराना है तो मैं ये थोड़ी जी गलबात है जी मैं मन सकता हाँ। तो उस वेले जवाहर लाल नेहरू जी ने कहा कि ओके नो प्रॉब्लम तुसी लॉ मिनिस्टर बनो और आप ये पास करवावांगे। लेकिन जदों पार्लीमेंट की प्रोसेस चलती गई, लेकिन जो बाबा साहब पूरी तरह तैयार होए कि मैं हुण मैं जिहड़ा हिंदू कोड बिल 1951 दे विच उन्होंने ये पार्लीमेंट दे विच पेश किया। हालांकि जनरल इलैक्शन हाले तक नहीं होए सी, जनरल इलैक्शन जिहड़े फस्ट टाइम जिहड़े 1952 दे विच होए और उस तो पहला जिहड़ा बाबा साहब अंबेडकर जी ने जिस तरह आप संविधान की भी गल कर रहे थे कि सारिया आर्टिकल्स पास हो गई, लेकिन हुण ड्राफ्ट करना सीगा कॉन्स्टिट्यूशन ड्राफ्ट करने वास्ते ड्राफ्टिंग कमेटी बनाई गई। ड्राफ्टिंग कमेटी के चेयरमैन डॉक्टर बाबा साहब भीमराव जी अंबेडकर जी ने बनाया गया, उन्होंने बनाया गया। सो एक लाइव कॉल आई है, देखिया अपने नाल कौन जुड़ते। हैलो जय गुरुदेव जी। हैलो जी भाई साहब जी, जय गुरुदेव जी। हाँ जी धन गुरुदेव जी, कौन बोल रहे जी? हाँ जी मैं कमल जी सोहपाल साउथहैम्पटन तो। हाँ जी सर की कहना चाहते हो जी? हाँ जी पहले तो मैं आप जी ਨੂੰ ਆਪ ਸਾਰੀ ਸੰਗਤਾਂ ਨੂੰ ਜੋ ਅੱਜ ਵੂਮਨ ਡੇ ਹੈਗਾ ਹਾਂਜੀ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜਿਹੜੀਆਂ ਬੀਬੀਆਂ ਭੈਣਾਂ ਸਾਡੀਆਂ ਮਾਤਾਵਾਂ ਹੈਗੀਆਂ। ਹਾਂਜੀ ਤੇ ਦੇਖੋ ਜੀ ਉਹਨਾਂ ਨੂੰ ਬਰਾਬਰ ਦੇ ਹੱਕ ਮਿਲੇ। ਹਾਂਜੀ ਵੀ ਦੇਖੋ ਇਹ ਜੋ ਔਰਤ ਹੈਗੀ ਆ ਦੇਖੋ ਇਹ ਘਰ ਤੋਂ ਲਾ ਕੇ ਦੇਸ਼ ਤੱਕ ਇਹ ਚਲਾਉਂਦੀਆਂ ਹੈਗੀਆਂ। ਹਾਂਜੀ ਬਿਲਕੁਲ ਜੀ ਬਿਲਕੁਲ। ਪ੍ਰਾਈਮ ਮਿਨਿਸਟਰ ਵੀ ਬਣੇ ਆ। ਹਾਂਜੀ ਤੇ ਮਿਨਿਸਟਰ ਹਨ, ਡਾਕਟਰ ਹਨ। ਹਾਂਜੀ ਦੇਖੋ ਸਾਰੇ ਜੋ ਵੀ ਪੁਲਿਸ ਵਿੱਚ ਵੀ ਹਨ। ਹਾਂਜੀ ਹਾਂਜੀ ਤੇ ਜੱਜ ਬਣੀਆਂ ਤੇ ਬਹੁਤ
ਖੁਸ਼ੀ ਦੀ ਗੱਲ ਆ ਸਾਡੇ ਵਾਸਤੇ। ਹਾਂਜੀ ਵੀ ਜੋ ਸਾਡੀਆਂ ਬੀਬੀਆਂ ਭੈਣਾਂ ਨੂੰ ਇਹ ਜਿਹੜੇ ਇਹਨਾਂ ਦੇ ਹੱਕ ਸੀਗੇ ਮਿਲੇ ਉਹ, ਤੇ ਇਹ ਨਹੀਂ ਵੀ ਬੰਦੇ ਨੂੰ ਸਾਰੇ ਹੱਕ ਨਹੀਂ ਹੈਗੇ। ਬਿਲਕੁਲ। ਸੋਪਾਲ ਜੀ ਤੁਸੀਂ ਦੇਖੋ, ਤੁਸੀਂ ਗਾਇਕ ਵੀ ਹੋ ਨਾ, ਤੇ ਤੁਸੀਂ ਸਤਿਗੁਰੂ ਰਵਿਦਾਸ ਮਹਾਰਾਜ ਦੀ ਮਹਿਮਾ ਵਿੱਚ ਗੀਤ ਗਾਉਂਦੇ ਹੋ, ਤੇ ਮੈਂ ਤੁਹਾਨੂੰ ਰਿਕੁਐਸਟ ਕਰਦਾ ਕਿ ਜੋਗੀ ਸਾਹਿਬ ਨੂੰ ਕਹੋ ਕਿ ਇੱਕ ਮਹਿਲਾ ਵਰਗ ਤੇ ਵੀ ਇੱਕ ਗਾਣਾ ਜਿਹੜਾ ਉਹ ਲਿਖਿਆ ਜਾਵੇ ਔਰ ਤੁਸੀਂ ਉਸ ਨੂੰ ਗਾਓ। ਠੀਕ ਹੈ ਜੀ, ਠੀਕ ਹੈ ਜੀ, ਜ਼ਰੂਰ ਕੋਸ਼ਿਸ਼ ਜ਼ਰੂਰ ਹਾਂਜੀ ਕਰਾਂਗੇ ਜੀ। ਸੋ ਕਿਉਂਕਿ ਇੱਕ ਜਿਹੜਾ ਲਿਖਾਰੀ ਹੁੰਦਾ ਆ, ਉਹਦੀ ਕਲਮ ਦੇ ਵਿੱਚ ਉਹ ਤਾਕਤ ਹੁੰਦੀ ਹੈ, ਸਮਾਜ ਨੂੰ ਉਹ ਜਾਗਰੂਕ ਕਰਦਾ, ਔਰ ਗਾਇਕ ਜਿਹੜਾ ਹੁੰਦਾ ਉਹਨੇ ਉਹ ਸੈਂਟੀਮੈਂਟਸ ਭਰ ਕੇ ਜਿਹੜਾ ਹੈ ਉਹ ਸਮਾਜ ਦੇ ਮੂਹਰੇ ਪੇਸ਼ ਕਰਨਾ ਹੁੰਦਾ ਹੈ। ਹਾਂਜੀ ਹਾਂਜੀ, ਸਹੀ ਗੱਲ ਬਹੁਤ ਹਾਂਜੀ, ਬਹੁਤ ਵਧੀਆ। ਤੁਸੀਂ ਥੈਂਕ ਯੂ, ਤੁਹਾਡਾ ਬਹੁਤ ਧੰਨਵਾਦ ਜੀ, ਤੇ ਸਾਰਿਆਂ ਨੂੰ ਬਹੁਤ ਵਧਾਈਆਂ ਜੀ, ਬਹੁਤ ਥੈਂਕ ਯੂ। ਥੈਂਕ ਯੂ ਜੀ, ਬਹੁਤ ਧੰਨਵਾਦ ਸੋਪਾਲ ਜੀ। ਸੋ ਜੈ ਗੁਰੂ ਜੀ, ਧੰਨ ਗੁਰਦੇਵ ਜੀ। ਸੋਪਾਲ ਜੀ ਸੀਗੇ ਜਿਨ੍ਹਾਂ ਨੇ ਵੂਮੈਨਸ ਡੇ 'ਤੇ ਅੱਜ ਪੂਰੇ ਸੰਸਾਰ ਨੂੰ ਬਹੁਤ ਵਧਾਈਆਂ ਦਿੱਤੀਆਂ, ਔਰ ਉਹਨਾਂ ਨੇ ਦੱਸਿਆ ਕਿ ਅੱਜ ਹਰ ਮਹਿਲਾ ਵਰਗ ਜਿਹੜੀ ਆ ਉਹ ਹਰ ਵਰਗ ਦੇ ਵਿੱਚ ਹਰ ਅਦਾਰੇ 'ਤੇ ਬਰਾਬਰ ਮੁੰਡੇ ਨਾਲ ਮੁੰਡਾ ਲਾ, ਚਾਹੇ ਉਹ ਪਾਇਲਟ ਹੋਵੇ, ਚਾਹੇ ਸਾਇੰਟਿਸਟ ਹੋਵੇ, ਚਾਹੇ ਕੋਈ ਵੀ ਹੋਵੇ, ਕੋਈ ਵੀ ਮਿਨਿਸਟਰ ਹੋਵੇ, ਪ੍ਰਾਈਮ ਮਿਨਿਸਟਰ ਹੋਵੇ, ਪ੍ਰੈਜ਼ੀਡੈਂਟ ਹੋਵੇ, ਕੋਈ ਵੀ ਇਸ ਤਰ੍ਹਾਂ ਦਾ ਜੋ ਆਫਿਸ ਜਿਹੜਾ ਨਹੀਂ ਹੈਗਾ ਜਿੱਥੇ ਅੱਜ ਮਹਿਲਾ ਨਹੀਂ ਹੈ ਜਾਂ ਨਹੀਂ ਸੀ। ਸੋ ਅੱਗੇ ਵਧਦੇ ਹੋ, ਜੋ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਬਣੇ, ਅਤੇ ਉਹਨਾਂ ਨੇ ਜਦੋਂ ਸੰਵਿਧਾਨ ਕੰਪਲੀਟ ਕਰ ਲਿਆ 26 ਨਵੰਬਰ 1949 ਨੂੰ, ਜੋ ਕੰਸਟੀਟਿਊਟ ਅਸੈਂਬਲੀ ਨੂੰ ਉਹਨਾਂ ਨੇ ਸੌਂਪ ਦਿੱਤਾ ਕਿ ਸੰਵਿਧਾਨ ਇਸ ਪੂਰਾ ਹੋ ਗਿਆ। ਔਰ ਉਸ ਤੋਂ ਬਾਅਦ ਜਿਹੜੇ 2 ਮਹੀਨੇ ਆ, ਜਿਸ ਤਰ੍ਹਾਂ ਨਵੰਬਰ, ਦਸੰਬਰ ਅਤੇ ਜਨਵਰੀ, 26 ਦਸੰਬਰ ਅਤੇ 26 ਜਨਵਰੀ, 2 ਮਹੀਨਿਆਂ ਦੇ ਵਿੱਚ ਜੋ ਕੰਸਟੀਟਿਊਟ ਅਸੈਂਬਲੀ ਨੇ ਦੇਖਣਾ ਸੀਗਾ, ਜਾਂ ਗੌਰਮੈਂਟ ਜਿਹੜੇ ਉਸ ਵੇਲੇ ਤਾਂ ਪੂਰੀ ਆਪਣੀ ਗੌਰਮੈਂਟ ਹੀ ਬਣੀ ਸੀਗੀ, ਉਹਨਾਂ ਨੇ ਦੇਖਿਆ ਕਿ ਐਵਰੀਥਿੰਗ ਇਜ਼ ਓਕੇ, ਤਾਂ ਉਹਨਾਂ ਨੇ 26 ਜਨਵਰੀ 1950 ਨੂੰ ਲਾਗੂ ਕਰ ਦਿੱਤਾ। ਔਰ ਉਹ ਮੈਂ ਇਸ ਕਰਕੇ ਕਰ ਰਿਹਾ ਕਿ ਭਾਰਤੀ ਸੰਵਿਧਾਨ ਦੇ ਹਿੰਦੂ ਕੋਡ ਬਿੱਲ ਜਿਹੜਾ ਉਹ ਪਰਸਨਲ ਲਾਅ, ਹਿੰਦੂ ਪਰਸਨਲ ਲਾਅ ਨੂੰ ਚੇਂਜ ਕਰਨ ਦੀ ਗੱਲ ਆ। ਇੱਥੇ ਬਾਬਾ ਸਾਹਿਬ ਅੰਬੇਡਕਰ ਨੇ ਜੋ ਫੰਡਾਮੈਂਟਲ ਰਾਈਟਸ ਦੀ ਗੱਲ ਆਉਂਦੀ ਆ, ਜਾਂ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਦੀ ਗੱਲ ਆਉਂਦੀ ਆ, ਜਾਂ ਫੰਡਾਮੈਂਟਲ ਡਿਊਟੀਜ਼ ਦੀ ਗੱਲ ਆਉਂਦੀ ਆ, ਅਤੇ ਜਿਹੜੀਆਂ ਆਰਟੀਕਲਸ ਦੇ ਵਿੱਚ ਉਹਨਾਂ ਨੇ ਇਹ ਜੋ ਮਹਿਲਾ ਔਰ ਪੁਰਸ਼ ਨੂੰ ਬਰਾਬਰ ਦਾ ਦਰਜਾ ਦਿੱਤਾ। ਮੀਨਸ ਇਨ ਦੀ ਆਈਜ਼ ਆਫ ਲਾਅ ਵੂਮੈਨ ਔਰ ਮੈਨ ਆਰ ਦ ਸੇਮ। ਇਹਦੇ ਵਿੱਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਵੇਗਾ। ਆਈ ਮੀਨ ਕਿ 26 ਜਨਵਰੀ 1950 ਤੋਂ ਜਿਹੜੀ ਚੀਜ਼ ਲਾਗੂ ਹੋ ਚੁੱਕੀ ਸੀ ਬਰਾਬਰਤਾ ਦੀ, ਕੋਈ ਡਿਸਕ੍ਰਿਮੀਨੇਸ਼ਨ ਨਹੀਂ। ਲੇਕਿਨ ਜਿਹੜਾ ਹਿੰਦੂ ਕੋਡ ਬਿੱਲ ਸੀਗਾ ਉਹ ਟੋਟਲੀ ਜਿਹੜਾ ਮਹਿਲਾ ਵਰਗ 'ਤੇ ਹੀ ਡਿਪੈਂਡ ਕਰਦਾ ਸੀਗਾ ਕਿ ਕਿਸ ਤਰ੍ਹਾਂ ਜਿਹੜੀਆਂ ਮਾਲ ਪ੍ਰੈਕਟਿਸਿਸ ਆ, ਕਿਸ ਤਰ੍ਹਾਂ ਔਰਤ ਵਰਗ ਨੂੰ ਜਾਂ ਮਹਿਲਾ ਨੂੰ ਕਿਸ ਤਰ੍ਹਾਂ ਦਬਾਇਆ ਜਾਂਦਾ ਆ, ਜਾਂ ਇੱਕ ਪੁਰਸ਼ ਜਿਹੜਾ ਆ ਉਹ 2 ਵਿਆਹ ਵੀ ਕਰਾ ਸਕਦਾ, 3 ਵਿਆਹ ਵੀ ਕਰਾ ਸਕਦਾ ਆ, ਲੇਕਿਨ ਔਰਤ ਨੂੰ ਸਿਰਫ ਇੱਕੋ ਹੀ ਵਿਆਹ ਕਰਾ ਸਕਦੀ ਸੀ। ਔਰ ਉਹ ਵੀ ਉਹਨੂੰ ਜਿਸ ਤਰ੍ਹਾਂ ਆਪਾਂ ਗੱਲਬਾਤ ਪਹਿਲਾਂ ਵੀ ਕੀਤੀ ਹੈ ਕਿ ਸਤੀ ਪ੍ਰਥਾ ਦੇ ਵਿੱਚ ਉਹਨੂੰ ਮੰਨਣਾ ਪੈਂਦਾ ਸੀ, ਥਾਂ ਉਹਨੂੰ ਜ਼ਲੀਲ ਹੋਣਾ ਪੈਂਦਾ ਸੀਗਾ। ਅਤੇ ਇਸ ਤਰ੍ਹਾਂ ਦੀ ਜਿਹੜੀ ਚੀਜ਼ ਸੀਗੀ ਉਹਨੂੰ ਠੀਕ ਕਰਨਾ ਚਾਹੁੰਦੇ ਸੀ, ਜਿੱਥੇ ਉਹਨਾਂ ਨੇ ਗੱਲਬਾਤ ਕੀਤੀ ਆ ਕਿ ਜੋ ਮਹਿਲਾ ਆ ਉਹ ਆਪਣੇ ਵਿਆਹ ਤੋਂ ਅਗਰ ਖੁਸ਼ ਨਹੀਂ ਹੈ ਤਾਂ ਉਹ ਡਾਈਵੋਰਸ ਦੇ ਸਕਦੀ ਆ, ਔਰ ਅਗਰ ਉਸ ਦੇ ਕੋਲ ਉਸ ਦਾ ਕੋਈ ਬੇਟਾ ਜਾਂ ਬੇਟੀ ਨਹੀਂ ਹੈ ਅਤੇ ਉਹ ਕਿਸੇ ਦੇ ਬੱਚੇ ਨੂੰ ਅਡੋਪਟ ਕਰ ਸਕਦੀ ਆ। ਇਹਨੂੰ ਆਪਾਂ ਕਹਿੰਦੇ ਹਾਂ ਅਡੋਪਸ਼ਨ ਐਕਟ ਜਾਂ ਫਿਰ ਹੈਰੀਟੇਜ ਐਕਟ, ਕਿ ਉਹ ਆਪਣੀ ਜਿਹੜੀ ਜੋ ਹਸਬੈਂਡ ਵਾਈਫ ਦੇ ਨਾਂ 'ਤੇ ਜਿਹੜੀ ਪ੍ਰੋਪਰਟੀ ਆ ਉਹਦੀ ਉਹ ਬਰਾਬਰ ਦੀ ਹਿੱਸੇਦਾਰ ਹੈ। ਔਰ ਅਗਰ ਕੋਈ ਘਰਾਣੇ ਦੇ ਵਿੱਚ ਅਗਰ ਬੇਟੀ ਹੈ ਅਗਰ ਬੇਟਾ ਆ, ਉਹ ਜਿਹੜੀ ਜਾਇਦਾਦ ਆ ਉਹ ਦੋਨਾਂ ਨੂੰ ਜਾਊਗੀ। ਸੋ ਇਸ ਤਰ੍ਹਾਂ ਦੇ ਪ੍ਰਾਵਧਾਨ ਜਿਹੜੇ ਆ ਉਹ ਡਾਕਟਰ ਬਾਬਾ ਸਾਹਿਬ ਅੰਬੇਡਕਰ ਨੇ ਕੀਤੇ। ਅਤੇ ਇੱਕ ਮਾਈਨਰ ਐਕਟ ਵੀ ਬਣਾਇਆ ਉਹਨਾਂ ਨੇ ਉਹ ਔਰਤ ਵਾਸਤੇ ਕਿ ਅਗਰ ਮਾਈਨਰ ਹੈ ਤਾਂ ਉਹ ਕਿਸੇ ਦੇ ਗਾਰਡੀਅਨਸ਼ਿਪ ਜਿੱਦਾਂ ਆਪਾਂ ਕਹਿ ਸਕਦੇ ਹਾਂ, ਗਾਰਜੀਅਨ ਕੌਣ ਹੋਏਗਾ, ਇਸ ਤਰ੍ਹਾਂ ਦੇ ਉਹਨਾਂ ਨੇ ਲਾਅ ਬਣਾ ਕੇ ਉਹ ਜਦੋਂ ਪੇਸ਼ ਕੀਤੇ 1951 ਦੇ ਵਿੱਚ, ਮੈਂ ਆਮ ਨੋਟ ਸ਼ੋਰ, ਸ਼ਾਇਦ ਸੈਪਟੈਂਬਰ ਦਾ ਮਹੀਨਾ ਸੀਗਾ। ਔਰ ਜਦੋਂ ਉਹਨਾਂ ਨੇ ਸਾਡੇ ਨਾਲ ਦੇਖੇ ਕੌਣ ਜਿਹੜੇ, ਹੈਲੋ ਜੈ ਗੁਰਦੇਵ ਜੀ, ਹੈਲੋ ਜੀ, ਹੈਲੋ ਜੈ ਗੁਰਦੇਵ ਜੀ। ਹਾਂਜੀ ਲਾਈਨ ਤੇ ਲਾਓ ਜੀ। ਹਾਂਜੀ ਲਾਈਨ ਤੇ ਆ ਜੀ। ਭੈਣ ਜੀ ਕੌਣ ਬੋਲ ਰਹੇ ਜੀ? ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੈ ਗੁਰਦੇਵ ਜੀ। ਵੀਰ ਜੀ ਤੁਸੀਂ, ਮੈਂ ਮਿਸਿਸ ਮਾਨ ਬੋਲਦੀ ਸੀ ਮੈਡਿਕ ਤੋਂ। ਅਗਰ ਆਪਾਂ ਤੁਸੀਂ ਟੈਲੀ ਬੰਦ ਕਰੋਗੇ ਫਿਰ ਗੱਲਬਾਤ ਤੁਹਾਡੀ ਸੁਣ ਸਕਦੇ ਅਸੀਂ ਵਧੀਆ ਤਰੀਕੇ ਨਾਲ। ਹਾਂਜੀ ਟੈਲੀ ਬੰਦ ਹੈ ਜੀ।
ਹਾਂਜੀ ਹੁਣ ਦੱਸੋ ਜੀ ਕੀ ਕਹਿਣਾ ਚਾਹੁੰਦੇ? ਮੈਂ ਇਦਾਂ ਕਹਿਣਾ ਚਾਹੁੰਦੀ ਸੀ ਵੀ ਜਿੱਦਾਂ ਹੈਪੀ ਇੰਟਰਨੈਸ਼ਨਲ ਵੂਮਨਸ ਡੇ ਤਾਂ ਰੱਖ ਲਿਆ ਨਾ, ਹਾਂਜੀ, ਪਰ ਮਰਦ ਕਿੰਨਾ ਕੁ ਔਰਤਾਂ ਨੂੰ ਹੈਪੀ ਰੱਖਦੇ? ਹਾਂਜੀ, ਮਰਦ ਕਿੰਨਾ ਕੁ ਔਰਤਾਂ ਨੂੰ ਹੈਪੀ ਰੱਖਦੇ ਆ? ਹਾਂ ਜਿੱਦਾਂ ਹੁਣ ਤੁਸੀਂ ਕਹਿੰਦੇ ਪਿਛਲੇ ਜ਼ਮਾਨੇ 'ਚ ਵੀਰ ਜੀ ਨੇ ਕਿਹਾ ਆ, ਇਹਨਾਂ ਨੇ ਕਿਹਾ ਵੀ ਪਿਛਲੇ ਜ਼ਮਾਨੇ ਵਿੱਚ ਹਾਂਜੀ ਏਦਾਂ ਹੁੰਦਾ ਸੀ ਏਦਾਂ ਹੁੰਦਾ ਸੀ, ਉਹ ਤਾਂ ਸਾਰਿਆਂ ਨੂੰ ਪਤਾ, ਲੇਕਿਨ ਹੁਣ ਅੱਜ ਦੀ ਡੇਟ ਦੇ ਉੱਤੇ ਵੀ ਕੋਈ ਫਰਕ ਨਹੀਂ ਪਿਆ ਵਾ। ਹਾਂ ਉੱਥੇ ਪਹੁੰਚਣਾ ਜੀ, ਹੁਣ ਆਪਾਂ 5 ਮਿੰਟ ਤੋਂ ਬਾਅਦ ਉਸੇ ਟੌਪਿਕ ਤੇ ਆ ਜਾਣਾ। ਨਹੀਂ ਉਹ ਤਾਂ ਤੁਸੀਂ ਪਹੁੰਚਣਾ ਹੈ, ਪਰ ਲੇਕਿਨ ਮੈਂ ਇਹ ਸਵਾਲ ਪੁੱਛਣਾ ਚਾਹੁੰਦੀ ਹਾਂ, ਹਾਂਜੀ, ਵੀ ਇਹਦਾ ਜ਼ਿੰਮੇਵਾਰ ਕੌਣ ਹੈ? ਤੇ ਜ਼ਿੰਮੇਵਾਰ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਆ ਜਿਹੜੀਆਂ ਉਹੀ ਹੈ ਜੀ। ਸਮੇਂ ਦੀ ਸਰਕਾਰ ਤਾਂ ਆਪਣੀ ਥਾਂ ਤੇ ਜ਼ਿੰਮੇਵਾਰ ਹੈ, ਲੇਕਿਨ ਮਰਦ ਨਹੀਂ ਜ਼ਿੰਮੇਵਾਰ? ਕਿਤੇ ਤੁਹਾਡਾ ਖਿਆਲ ਨਹੀਂ ਕਿ ਮਰਦ ਜ਼ਿੰਮੇਵਾਰ ਇਸ ਥਾਂ ਤੇ? ਹਾਂਜੀ, ਸਾਰੇ ਜਿਹੜੀ ਸਮੇਂ ਦੀਆਂ ਸਰਕਾਰਾਂ ਜਾਂ ਹੁਕਮਰਾਨ ਜਿਹੜੇ ਆ ਉਹ ਮਰਦ ਹੀ ਆ ਜੀ ਤਕਰੀਬਨ। ਹਾਂਜੀ, ਪਰ ਮੈਂ ਉਹਦਾ ਇਹ ਜਾਣਨਾ ਚਾਹੁੰਦੀ ਵੀ ਜਿਹੜੇ ਘਰ ਦੇ ਮਰਦੇ ਆ, ਘਰ ਵਿੱਚ ਆਪਣੀ ਆਵਾਜ਼ ਉੱਠ ਰਹੀ ਹੈ ਨਾ। ਹਾਂਜੀ ਹਾਂਜੀ, ਆਵਾਜ਼ ਤਾਂ ਘਰ 'ਚ ਉੱਠ ਰਹੀ ਆ, ਸਰਕਾਰਾਂ ਤਾਂ ਬਾਅਦ ਵਿੱਚ ਆ ਜਾਂਦੀਆਂ, ਪਰ ਪਹਿਲਾਂ ਤੁਸੀਂ ਆਪਣੇ ਘਰ ਦੀ ਸਰਕਾਰ ਆ, ਕਿੰਨਾ ਕੁ ਤੁਸੀਂ ਸੁੱਖ ਦਿੰਦੇ ਆ, ਮਰਦ ਕਿੰਨਾ ਕੁ ਸੁੱਖ ਦਿੰਦੇ ਆ ਔਰਤਾਂ? ਹਾਂਜੀ, ਨਹੀਂ ਤੁਹਾਡਾ ਸੁਝਾਅ ਤਾਂ ਬਹੁਤ ਅੱਛਾ ਹੈ ਕਿ ਘਰ ਤੋਂ ਹੀ ਗੱਲ ਸ਼ੁਰੂ ਹੋਣੀ ਚਾਹੀਦੀ। ਤੁਹਾਡਾ ਬਹੁਤ ਬਹੁਤ ਧੰਨਵਾਦ ਆ, ਜਿਹੜੇ ਇੰਟਰਨੈਸ਼ਨਲ ਵੂਮਨਸ ਡੇ ਦੀਆਂ ਤੁਸੀਂ ਵਧਾਈਆਂ ਵੀ ਦਿੱਤੀਆਂ ਔਰ ਸੁਝਾਅ ਵੀ ਦਿੱਤੇ ਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਕੋਈ ਖਾਸ ਵਧਾਈ ਵਾਲੀ ਗੱਲ ਨਹੀਂ ਲੱਗਦੀ ਇਹ 'ਚ ਕਰਕੇ, ਬੁੜੀਆਂ ਤਾਂ ਹਜੇ ਲੇਡੀਜ਼ ਤਾਂ ਹਜੇ ਵੀ ਦੁਖੀ ਆ। ਹਾਂਜੀ ਹਾਂਜੀ, ਵਧਾਈ ਵਾਲੀ ਤਾਂ ਗੱਲ ਹੋਊਗੀ, ਮੈਨੂੰ ਤਾਂ ਕੋਈ ਵਧਾਈ ਵਾਲੀ ਖਾਸ ਨਹੀਂ ਲੱਗਦੀ। ਵਧਾਈ ਵਾਲੀ ਗੱਲ ਤਾਂ ਵਧਾਈ ਵਾਲੀ ਇਸ ਕਰਕੇ ਗੱਲ ਹੈ, ਆਪਣੇ ਆਪ ਨੂੰ ਸੁਧਾਰ ਲੈਣਗੇ ਤੇ ਔਰਤਾਂ ਨੂੰ ਦਾ ਹੱਕ ਦੇਣਗੇ, ਉਦੋਂ ਮੈਂ ਵਧਾਈ ਦੇਵਾਂਗੀ। ਅੱਜ ਤਾਂ ਕੋਈ ਵਧਾਈ ਵਾਲੀ ਗੱਲ ਨਹੀਂ। ਵਧਾਈ ਦੀ ਇਸ ਕਰਕੇ ਗੱਲ ਆ, ਜਿਹੜੀਆਂ ਜਿੱਥੇ ਵੀ ਅੱਛਾਈਆਂ ਬਹੁਤ ਜ਼ਿਆਦਾ ਤੇ ਉੱਥੇ ਬੁਰਾਈਆਂ ਵੀ ਤਾਂ ਹੁੰਦੀਆਂ ਨਾ, ਪਰ ਜਿਹੜੀਆਂ ਅੱਛਾਈਆਂ ਉਹਨਾਂ ਦੇ ਵਾਸਤੇ ਤਾਂ ਅਸੀਂ ਅੱਛਾ ਕਹਿ ਸਕਦੇ ਹਾਂ ਨਾ, ਜਿਹੜੀਆਂ ਬੁਰਾਈਆਂ ਜਿਹੜੀਆਂ ਭੈਣ ਜੀ ਬੁਰਾਈਆਂ ਆ ਦੇ ਨਾਲ ਈਵਨ ਇਸ ਕੰਟਰੀ ਦੇ ਵਿੱਚ ਵੀ ਜਿਹੜੀਆਂ ਬੁਰਾਈਆਂ ਉਹਨਾਂ ਨੂੰ ਆਪਾਂ ਠੀਕ ਕਰਨ ਵਾਸਤੇ ਜਿਹੜੇ ਕਿਸ ਤਰ੍ਹਾਂ ਹੋਣੀਆਂ ਚਾਹੀਦੀਆਂ ਉਸ ਤੇ ਵੀ ਆਪਾਂ ਡਿਸਕਸ ਕਰਦੇ ਹਾਂ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਅੱਜ ਦੀ ਦਿਨ ਦੇ ਵਿੱਚ ਵੀ ਹਜੇ ਇਹੀ ਆਪਣਾ ਸਮਾਜ ਚੱਲਦਾ ਰਹਿੰਦਾ। ਦੇਖੋ ਅਸੀਂ ਬਾਹਰਲੀ ਕੰਟਰੀ ਵਿੱਚ ਆ ਗਏ, ਇੱਥੇ ਆ ਕੇ ਕੁਛ ਨਹੀਂ ਸਿੱਖਿਆ ਸੀ। ਹਾਂਜੀ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। तो मैं तो यही ज़्यादा तो मैंने जानी कि मैंने कोई हैप्पीनेस नहीं है इंटरनेशनल डे दी। हाँ जी, हाँ चलो मैं सारे बताई कोई खुश हो जाए मेरे ਵਧਾਈਆਂ ਤੇ ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਹਾਂਜੀ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ ਭੈਣ ਜੀ ਤੁਹਾਡਾ। ਓਕੇ ਜੀ, ਸਤਿ ਸ਼੍ਰੀ ਅਕਾਲ। ਸੋ ਭੈਣ ਜੀ ਹੁਣੀ ਆਪਣਾ ਸੁਝਾਅ ਦੇ ਕੇ ਗਏ ਆ ਵੀ ਇੰਨੀ ਜ਼ਿਆਦਾ ਖੁਸ਼ੀ ਦੀ ਗੱਲ ਨਹੀਂ ਹੈਗੀ ਇਹ, ਤੇ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਹਾਲੇ ਆਪਣੀ ਮਹਿਲਾ ਵਰਗ ਨੂੰ ਹੈਗੀਆਂ। ਠੀਕ ਹੈ, ਅਸੀਂ ਮੰਨਦੇ ਹਾਂ ਕਿ ਬਹੁਤ ਜ਼ਿਆਦਾ ਹੈਗੀਆਂ, ਲੇਕਿਨ ਜਿਹੜੇ ਉਪਰਾਲੇ ਕਰਨੇ ਔਰ ਕਿਸ ਤਰ੍ਹਾਂ ਅਸੀਂ ਠੀਕ ਕਰਨਾ, ਲੇਕਿਨ ਸਾਨੂੰ ਜਿੰਨਾ ਚਿਰ ਇਤਿਹਾਸ ਹੀ ਨਹੀਂ ਪਤਾ ਹੋਊਗਾ ਤਾਂ ਅਸੀਂ ਉਹਨੂੰ ਠੀਕ ਕਿੱਦਾਂ ਕਰਾਂਗੇ ਨਾ। ਅਸੀਂ ਜਿਹੜੇ ਲਾਅ ਜਿਹੜੇ ਬਣੇ ਹੋਏ ਆ, ਜਿਹੜੇ ਜਿੱਦਾਂ ਅਸੀਂ ਹਿੰਦੂ ਕੋਡ ਬਿੱਲ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਜੋ ਪ੍ਰਾਵਧਾਨ ਹੈਗੇ ਆ, ਅਗਰ ਸਾਨੂੰ ਐਜੂਕੇਸ਼ਨ ਹੀ ਨਹੀਂ ਹੋਗੀ, ਸਾਨੂੰ ਪਤਾ ਹੀ ਨਹੀਂ ਹੋਗਾ ਕਿ ਅਸੀਂ ਕੀ ਕਰ ਸਕਦੇ ਹਾਂ ਅਤੇ ਅਸੀਂ ਕਿਹਦੇ ਵਾਸਤੇ ਲੜਾਂਗੇ। ਅਗਰ ਕੋਈ ਜ਼ੁਲਮ ਹੋ ਰਿਹਾ ਆ ਅਤੇ ਸਾਨੂੰ ਪਤਾ ਕਿ ਉਹ ਕਾਨੂੰਨ ਕੀ ਕਹਿ ਰਿਹਾ ਆ, ਉਹਦੇ ਵਾਸਤੇ ਐਜੂਕੇਸ਼ਨ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਸੋ ਹਿੰਦੂ ਕੋਡ ਦੇ ਬਿੱਲ ਦੇ ਵਿੱਚ ਜੋ ਬਾਬਾ ਸਾਹਿਬ ਅੰਬੇਡਕਰ ਨੇ ਪ੍ਰੋਵੀਜ਼ਨ ਲਿਆਂਦੇ, ਜਦੋਂ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਰੱਖੇ ਅਤੇ ਉਹਨਾਂ ਨੂੰ ਉਹ ਪੂਰੀ ਪਾਰਲੀਮੈਂਟ ਦੇ ਵਿੱਚ ਉਹਨਾਂ ਦਾ ਵਿਰੋਧ ਹੋ ਗਿਆ। ਸਭ ਤੋਂ ਪਹਿਲਾਂ ਵਿਰੋਧ ਜਿਹੜਾ ਉਹ ਡਾਕਟਰ ਰਾਜਿੰਦਰ ਪ੍ਰਸਾਦ ਜੀ ਨੇ ਕੀਤਾ। ਉਸ ਤੋਂ ਬਾਅਦ ਜੋ ਸਾਡੇ ਸ਼ਾਮਾ ਪ੍ਰਸਾਦ ਮੁਖਰਜੀ ਜੋ ਕਿ ਉਸ ਵੇਲੇ ਹਿੰਦੂ ਮਹਾਸਭਾ ਦੇ ਸੀਗੇ ਔਰ ਰਾਸ਼ਟਰੀ ਸੇਵਕ ਸੰਘ, ਜਿੱਦਾਂ ਆਪਾਂ ਨੂੰ ਸਾਰਿਆਂ ਨੂੰ ਪਤਾ, ਸਾਰਿਆਂ ਨੇ ਬਾਬਾ ਸਾਹਿਬ ਦਾ ਵਿਰੋਧ ਕੀਤਾ। ਪਰ ਜਵਾਹਰ ਲਾਲ ਨਹਿਰੂ ਨੇ ਕਿਹਾ ਸੀਗਾ ਕਿ ਥੋੜ੍ਹਾ ਜਿਹਾ ਵਕਤ ਦਿਓ, ਮੈਂ ਇਹ ਪਾਸ ਜ਼ਰੂਰ ਕਰਾਊਂਗਾ। ਲੇਕਿਨ ਬਾਬਾ ਸਾਹਿਬ ਜਦੋਂ ਉਹਨਾਂ ਦੇ ਬਾਹਰ ਵੀ ਵਿਰੋਧ ਹੋਣ ਲੱਗ ਪਿਆ ਅਤੇ ਉਹਨਾਂ ਨੇ ਰਿਜ਼ਾਈਨ ਦੇ ਦਿੱਤਾ। ਰਿਜ਼ਾਈਨ ਦੇਣ ਤੋਂ ਬਾਅਦ ਉਹ ਬਾਅਦ ਆ ਗਏ, ਉਹ ਗੌਰਮੈਂਟ ਤੋਂ ਬਾਹਰ ਆ ਗਏ। ਲੇਕਿਨ ਜਵਾਹਰ ਲਾਲ ਨਹਿਰੂ ਨੇ ਜਿਹੜੇ 4 ਪਾਰਟ ਸੀਗੇ ਹਿੰਦੂ ਕੋਡ ਬਿੱਲ ਦੇ, ਉਹ ਇੱਕ ਇੱਕ ਕਰਕੇ ਜਿਹੜਾ ਆ ਉਹ ਪਾਸ ਕਰਵਾਇਆ ਅਤੇ ਅੱਜ ਹਿੰਦੂ ਕੋਡ ਬਿੱਲ ਜਿਹੜਾ ਉਹ ਪਾਸ ਵਾ। ਲੇਕਿਨ ਬਾਬਾ ਸਾਹਿਬ ਅੰਬੇਡਕਰ ਦੀ ਉਹ ਦੇਣ ਆ, ਔਰ ਇਸ ਕਰਕੇ ਜਿਹੜੇ ਸਾਡੇ ਮਹਾਂਪੁਰਸ਼ ਹੈ ਇਹਨਾਂ ਨੇ ਬੜੇ ਸੰਘਰਸ਼ ਕੀਤੇ ਆ, ਜੋ ਆਪਣੇ ਜੋ ਇਸਤਰੀ ਵਰਗ ਆ ਉਹਨੂੰ ਉੱਪਰ ਚੱਕਣ ਵਾਸਤੇ ਔਰ ਬਰਾਬਰਤਾ ਲਿਆਉਣ ਵਾਸਤੇ, ਔਰ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਅੱਜ ਵੀ ਬਰਾਬਰ ਆ। ਲੇਕਿਨ ਜਦੋਂ ਕੁਛ ਹੁਕਮਰਾਨ ਜਾਂ ਕੁਛ ਜਿਹੜੇ ਜਿਸ ਤਰ੍ਹਾਂ ਕਿਸੇ ਥਿੰਕਰ ਨੇ ਕਿਹਾ ਕਿ ਪਾਵਰ ਕਰਪਟਸ, ਐਬਸੋਲੂਟ ਪਾਵਰ ਕਰਪਟਸ ਐਬਸੋਲੂਟਲੀ, ਕਿ ਜਦੋਂ ਸ਼ਕਤੀ ਆ ਜਾਂਦੀ ਹੈ ਅਤੇ ਉਹਦਾ ਦੁਰਉਪਯੋਗ ਵੀ ਹੁੰਦਾ ਆ, ਜੋ ਅੱਜ ਭਾਰਤ ਦੇਸ਼ ਦੇ ਵਿੱਚ ਸਾਡੀਆਂ ਬੱਚੀਆਂ ਨਾਲ, ਸਾਡੀਆਂ ਭੈਣਾਂ ਮਾਤਾਵਾਂ ਨਾਲ ਜੋ ਹੋ ਰਿਹਾ ਆ। ਸੋ ਉਹ ਇੱਕ ਜੋ ਹੁਕਮਰਾਨ ਆ ਉਹਨਾਂ ਦਾ ਉਹਦੇ ਵਿੱਚ ਉਹਦਾ ਹੱਥ ਆ, ਕਿਉਂਕਿ ਜੋ ਸਮੇਂ ਦੀ ਸਰਕਾਰ ਹੁੰਦੀ ਆ ਉਹੀ ਇਹਨਾਂ ਚੀਜ਼ਾਂ ਦੇ ਉੱਤੇ ਕੰਟਰੋਲ ਕਰ ਸਕਦੀ ਆ। ਜੋ ਪ੍ਰੋਟੈਸਟ ਕਰਦੇ ਆ ਅਤੇ ਉਹਦੇ ਵਿੱਚ ਅਗਰ ਸਾਨੂੰ ਇਨਸਾਫ ਮਿਲਦਾ ਕਿ ਨਹੀਂ ਮਿਲਦਾ, ਇਹ ਬਹੁਤ ਵੱਡੀਆਂ ਗੱਲਾਂ ਹੁੰਦੀਆਂ। ਲੇਕਿਨ ਜਿੱਦਾਂ ਭਾਰਤ ਦੀ ਆਜ਼ਾਦੀ ਤੋਂ ਬਾਅਦ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਭਾਰਤ ਦਾ ਸੰਵਿਧਾਨ ਜਿਹੜਾ ਉਹ ਬਰਾਬਰਤਾ ਦਾ ਹੱਕ ਦਿੰਦਾ ਆ, ਔਰ ਹਿੰਦੂ ਕੋਡ ਬਿੱਲ ਜਿਹੜਾ ਆ ਉਹ ਵੀ ਬਰਾਬਰਤਾ ਦਾ ਹੱਕ ਦਿੰਦਾ ਹੈ। ਉਸ ਤੋਂ ਬਾਅਦ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਭਾਰਤ ਦੇਸ਼ ਦੇ ਵਿੱਚ
जो इस वुमेन एम्पावरमेंट करके जो फर्स्ट प्राइम मिनिस्टर वुमेन प्राइम मिनिस्टर श्रीमती इंदिरा गांधी द फर्स्ट वुमेन प्राइम मिनिस्टर इन एनी डेमोक्रेटिक कंट्री इन द वर्ल्ड। सो इस चीज़ां जिहड़ियां उस तो बाद होर साडे मदर टेरेसा देखो उन्होंने किन्नी चैरिटी कैलकटा स्लम दे विच जाके रहे आ वो सेंट मदर कहंदे उन्होंने और उन्होंने नोबल प्राइज़ भी मिला। और भारत दी किन्नियां होर महिलावां जिन्हां ने बहुत सारे पहली महिला डॉक्टर फिर साडे जोंको तबाई जैपनीज सी जिन्हां ने फस्ट जिहड़ी माउंट एवरेस्ट ते चढ़ गई देखो और वो उस तो बाद 7 हिल्स भी उन्होंने कवर किए। और इंडिया दे विच विजेंद्री पाल जो कि उस उन्हों तो बाद इंडिया तो अगर कोई पहली बारी वुमेन दे विचों अगर कोई माउंट एवरेस्ट ते चढ़िया तो वो विजेंद्री पाल है। सो साडी कल्पना चावला देखो जो नासा वास्ते एस्ट्रोनॉट सी एस्ट्रोनॉट सी और वो स्पेस शटल दे विच जो डिसास्टर होया 2003 दे विच उत्थे स्पेस दे विच उन्हां दी डेथ हो गई। सो ये जिहड़ियां उल्लेखनीय चीज़ां जिहड़ियां हैगियां सो ये सिर्फ ये जो वुमेन नूं राइट मिलिया उहदे करके ही है। सो होर जिस तरह बहुत सारे साडे होर भी जिहड़ियां महिलावां हैं लता मंगेशकर देखो भारत रत्न जो उन्होंने जो एक बहुत बड़ी गायिका MS सुब्बालक्ष्मी वो एक क्लासिकल सिंगर कार्नेटिक सिंगर उन्होंने भी भारत रत्न मिले। देखो 3 जिहड़ियां महिलावां उन्होंने भारत रत्न इज़ द हाईएस्ट अवार्ड फ्रॉम द गवर्नमेंट ऑफ इंडिया। सो जिहड़ा लता मंगेशकर और MS सुब्बालक्ष्मी ते मदर टेरेसा नूं इन्हां नूं मिलिया ये अपने आप दे विच एक बहुत इतिहास है। अरुणा आसिफ अली फ्रीडम फाइटर सके, बेगम अख्तर जो कि एक क्लासिकल सिंगर से, जो साडे बीका जी कामा एक फ्रीडम फाइटर सी, रुकमणी देवी जो इंडियन क्लासिकल डांसर सी, सरोजनी नायडू फ्रीडम फाइटर सी, एक साडे फ्लोरेंस फ्रांस की एक महिला सी फ्लोरेंस नाइटिंगेल जिन्होंने लेडी विद द लैंप भी कहा जाता है क्योंकि जो क्रीमिया वार रशिया दे विच हो रही सी और वो एक लैंप लगेगा कि शोल्जर जिहड़े जख्मी जवान सगे उन्हां दा इलाज कर रही सी। सो ये उन्होंने उत्थे जाण दा किद्दां मौका मिलिया, किद्दां उन्होंने सेवा की, किद्दां उन्हां दा नाम इतिहास विच आया बिकॉज उन्होंने महिलावां नूं ये राइट्स मिले तदी ये जाके होया। सो इस तरह चलते चलते जो असी अपने भारत देश दे विच भी देखते हैं साडे भारत देश दे विच चाहे बहुत हाले भी बहुत ज़्यादा साडे समाज नाल बहुत ज़्यादा धक्का हुंदा, साडियां बीबियां भैणां नाल मातावां नाल बहुत धक्का हुंदा है, लेकिन असी एकजुट होकर साडा यह मकसद होना चाहिए एकजुट होकर असी जुल्म का सामना करिए। जिस तरह साडे अगर असी ये राइट है बाबा साहब अंबेडकर का हिंदू कोड बिल और भारत का संविधान है कि साडी कुमारी भैन मायावती अज वो 2-3 बारी चीफ मिनिस्टर रह चुकी है यूपी की। सो एक ये सिर्फ बाबा साहब अंबेडकर गल कित्थों शुरू होंदी है माता सवित्री बाई फुले या ज्योतिबा फुले, सो उन्होंने अगे चल के बाबा साहब अंबेडकर। सो ये जो राइट्स सानू मिले मैं साडियां मावां नूं भैणां नूं मातावां नूं बेटियां नूं इन्हां महापुरुषां करके मिलिया। सो होर भी जिन्ने भी जिस तरह खेल की दुनिया ला लो तुसीं, साडी एक बेटी आ दलित बेटी आ हीमा दास असम तो आ और वो 20 दिन दे विच 5 गोल्ड मैडल जिते उन्होंने और असम पुलिस दे विच उन्होंने भर्ती किया गया DSP दे पोस्ट ते डिप्टी सुपरिटेंडेंट ऑफ पुलिस। सो इस तरह के जिस तरह क्रिकेट दे विच साडी हरमनप्रीत कौर है जी, बैडमिंटन PV संधू ते साइना नेहवाल इन्होंने बहुत नाम कमाया। टैनिस दे विच साडे सानिया मिर्जा है जी, रैसलिंग दे विच विनेश फोगट, हॉकी दे विच रानी रामपाल और शूटिंग दे विच हिना सिद्धू, बॉक्सिंग दे विच मैरी कॉम जिस ते फिल्म भी एक बन चुकी है। सो इस तरह की हरेक फील्ड दे विच जिहड़ी महिलावां आ अज पायलट हन महिलावां, अज साइंटिस्ट हन, अज पॉलिटिक्स दे विच जिस तरह एक पार्लीमेंट दे विच एक अज एक महिला बहुत जोर ना और बहुत अपनी आवाज़ पुरजोर तरीके ना रख दिया मोइत्रा जो वेस्ट बंगाल तो हाँ। तो इस तरह ये जिहड़ियां अधिकार मिले आ ये सिर्फ साडे महापुरुष जिन्हां ने संविधान दे विच लिखिया या जो जिथों जोत चलदी आ उत्थों आके ये सारे हुंदे आ और जो महिलावां अज इक्वल आ। देखो एक
महिला वर्ग की असीं अगर गल करिए, साडी बेटी भी आ, साडी भैन भी आ, साडी माता भी आ, साडी ग्रैंड माता भी आ, साडी जीवन साथी भी आ। एक रूप औरत वर्ग और ये विच उसने किस तरह के अपने रोल निभाते आ। और इस करके जो अज का दिन असी पूरे का पूरा असी महिला वर्ग को समर्पित करते हैं। मैं उम्मीद करदा कि तुहानूं ये प्रोग्राम अच्छा लगा होगा, क्योंकि असी जिन्ना चक्कर असी अगे उदों वधांगे जो साडे इतिहास का कि इत्थे पिछे की प्रॉब्लम है, उस तो बाद असी अगे चलांगे। सो ये बहुत विडंबना आ कि साडे देश दे विच हाले भी चाहे लॉ आ चाहे कुछ भी है, लेकिन समय दी जिहड़ियां सरकारां आ जो कि किसी भी तरह पावर विच आके ते वो जो कानून आ जां लॉ आ उसदा मिसयूज़ करके कि जिथे भी जुल्म हुंदा आ जिहड़े अपराधी आ उन्हां नूं बचाउण करके बहुत सारे हथकंडे अपना के अज इंसाफ नहीं मिल रहा। अज जगह जगह ते किन्ने केस आउंदे आ, किन्नियां असीं अखबारां दे विच टीवी दे सोशल मीडिया विच देखदे आ, किन्ने अत्याचार किन्ने रेप केसिस हुंदे आ, किन्नियां साडी महिलावां बेटियां भैणां नाल मातावां नाल किन्ना जुल्म हुंदा आ। उसनूं नत्थ पाउण वास्ते उन्होंने रोकण वास्ते जो सानू अगे आके जो प्रोटेस्ट करके सानू उन्हां चीज़ों तो सानू प्रोटेस्ट करके अंदोलन करके संघर्ष करके इन्हों हटाना चाहिए है। सो एक बार फिर पूरी कांची टीवी की प्रबंधक पूरी टीम वालों प्रेजेंटरां वालों पूरे वर्ल्ड नूं असीं इंटरनेशनल वूमेन डे दियां बहुत बहुत बधाइयां दे रहे हैं। और इस तरह होर भी प्रोग्राम जिस तरह ਜਿਹੜੇ ਵੀ ਪ੍ਰੈਜ਼ੈਂਟਰ ਆਉਣਗੇ, मैं उम्मीद करदा कि सारे वूमेनस डे ते अज जरूर गल करनगे। जिस तरह मैनू हुक्म लगाया गया सी पूरा जो अज का टॉपिक जिहड़ा सी इंटरनेशनल वूमेनस डे 8 मार्च हुंदा है और ये आप जी के समक्ष मैं हाज़र होया सी। सो इन्ना ही कहते हुए जो उम्मीद करते हैं कि प्रोग्राम अच्छा लगेगा। जय गुरुदेव, जय भीम, जय भगवान वाल्मीकि जी।